ਨਨਕਾਣਾ ਸਾਹਿਬ ਦੀ ਸਾਖੀ ਦੀ ਯਾਦ ਨੂੰ ਸਮਰਪਿਤ ਤੇ ਨਾਲ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਸਥਾਪਨਾ ਦਿਵਸ ਵੀ ਹੈ, ਨਵੇਂ ਵਰੇ ਦੀ ਵੀ ਆਮਦ ਹੈ। ਸਵੇਰੇ ਨਾਨਕਸ਼ਾਹੀ ਸਮਾਂ ਦੇ ਅਨੁਸਾਰ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਆ। 1921 ਦੇ ਵਿੱਚ ਸ਼੍ਰੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ। 2021 ਆ 100 ਸਾਲ। ਇਤਿਹਾਸ ਨੂੰ ਸੁਣਨਾ ਹੈ, ਸਾਂਝਿਆ ਕਰਨਾ ਬੜਾ ਜ਼ਰੂਰੀ ਹੈ। ਸਭ ਕੀ ਹੋਇਆ, ਕਿਵੇਂ ਹੋਇਆ, ਪਰ ਇਤਿਹਾਸ ਨੂੰ ਵਾਚਣ ਦੇ ਨਾਲ ਨਾਲ ਆਪਣੇ ਨਿੱਜੀ ਨੂੰ ਵੀ ਵਾਚਣਾ। ਸਿਰਫ ਇਤਿਹਾਸ ਵਾਚਣਾ ਹੀ ਕਾਫੀ ਨਹੀਂ ਹੈ, ਬੜਾ ਜ਼ਰੂਰੀ ਹੈ ਇਤਿਹਾਸ ਵਾਚਣਾ। ਪਰ ਇਤਿਹਾਸ ਨੂੰ ਵਾਚਣ ਦੇ ਨਾਲ ਨਾਲ ਅਸੀਂ ਆਪਣੇ ਨਿੱਜੀ ਨੂੰ ਵੀ ਵਾਚਣਾ। ਮੈਂ ਸਿੱਧੇ ਜਿਹੇ ਸ਼ਬਦਾਂ ਵਿੱਚ ਬੇਨਤੀ ਕਰਦਾ, ਮਨੁੱਖ ਤਰੱਕੀ ਕਰਦਾ ਹੈ, ਜਦੋਂ ਸਮਾਂ ਗੁਜ਼ਰਦਾ ਤਰੱਕੀ ਕਰਦਾ, ਸੁਭਾਅ ਹੈ। ਸਾਡੇ ਬਜ਼ੁਰਗਾਂ ਨੇ, ਅਸੀਂ ਸਾਰੇ ਤਰੱਕੀ ਦੀ ਆਸ ਤੇ ਤੁਰਦੇ। ਸਾਨੂੰ ਗੁਰੂ ਸਾਹਿਬ ਜੀ ਨੇ ਵੀ ਹੁਕਮ ਕੀਤਾ, ਗਾਹਾਂ ਤੂੰ ਧਰਾਂਗ ਪਿੱਛੇ ਫੇਰ ਨਾ ਮੁੜ, ਹੋਰ ਅੱਗੇ ਵਧਣਾ, ਹੋਰ ਅੱਗੇ ਵਧਣਾ। ਹਰ ਖੇਤਰ ਵਿੱਚ ਅਸੀਂ ਪਹਿਲਾਂ ਨਾਲੋਂ ਹੋਰ ਤਰੱਕੀ ਕਰਦੇ, ਭਾਵੇਂ ਉਹ ਸਾਡਾ ਆਰਥਿਕ ਖੇਤਰ ਹੈ, ਸਾਡਾ ਬੌਧਿਕ ਤਲ ਹੈ, ਸਾਡਾ ਅਧਿਆਤਮਿਕ ਤਲ ਹੈ। ਹਰ ਖੇਤਰ 'ਚ ਅਸੀਂ ਅੱਗੇ ਵਧਣਾ ਲੋਚਦੇ ਹਾਂ, ਹੋਰ ਤਰੱਕੀ ਕਰਨਾ ਚਾਹੁੰਦੇ ਹਾਂ। ਤੇ ਜਦੋਂ ਅਸੀਂ ਆਪਣੇ ਇਤਿਹਾਸ ਦੀ ਚਰਚਾ ਕਰਨੀ ਹੁੰਦੀ ਹੈ, ਉਦੋਂ ਵੀ ਇਸ ਪਹਿਲੂ ਨੂੰ ਨਾਲ ਲੈ ਕੇ ਤੁਰਨਾ ਹੁੰਦਾ ਹੈ ਕਿ ਅਸੀਂ ਉਦੋਂ ਕਿੱਥੇ ਖੜੇ ਸੀ ਤੇ ਅੱਜ ਕਿੱਥੇ। ਤਾਂ ਮੈਂ ਬੇਨਤੀ ਕੀਤੀ ਹੈ ਕਿ ਸਿਰਫ ਇਤਿਹਾਸ ਨਹੀਂ ਬਚਣਾ, ਆਪਣਾ ਨੇਤਰ ਵੀ ਬਚਣਾ। ਸਾਡਾ ਇਤਿਹਾਸ ਦੇ ਦਰਪਣ ਹੈ, ਸ਼ੀਸ਼ਾ ਹੈ। ਜੇ ਸਾਨੂੰ ਭਾਈ ਲਛਮਣ ਸਿੰਘ ਹੋਰਾਂ ਦੀ ਯਾਦ ਦਿਲਾਉਂਦਾ ਹੈ, ਭਾਈ ਦਲੀਪ ਸਿੰਘ ਹੋਰਾਂ ਦੀ ਯਾਦ ਦਿਲਾਉਂਦਾ ਹੈ, ਭਾਈ ਕੇਹਰ ਸਿੰਘ ਤੇ ਉਸ ਬਾਲਕ ਦਰਬਾਰਾ ਸਿੰਘ ਦੀ ਯਾਦ ਦਿਲਾਉਂਦਾ ਹੈ, ਉੱਥੇ ਸਾਨੂੰ ਨਾਲ ਨਰੈਣ ਨੂੰ ਵੀ ਯਾਦ ਹੁੰਦਾ। ਤੇ ਅਸੀਂ ਇਸ ਸ਼ੀਸ਼ੇ ਦੇ ਅੰਦਰ ਆਪਣੇ ਅਕਸ ਨੂੰ ਵੇਖਦੇ, ਉਹਨਾਂ ਦੀ ਕਰਨੀ ਦੀ ਚਰਚਾ ਦੇ ਨਾਲ ਨਾਲ ਅਸੀਂ ਆਪਣੇ ਅਕਸ ਨੂੰ ਵੀ ਵੇਖਦੇ, ਜਿਹਨੂੰ ਅਸੀਂ ਕਹਿੰਦੇ ਹਾਂ ਸਵੈ ਆਤਮ। ਜਿਹੜੀਆਂ ਕੌਮਾਂ, ਜਿਹੜੇ ਲੋਕ ਆਤਮ ਮੰਥਨ ਨਹੀਂ ਕਰਦੇ, ਸੈਲਫ ਐਨਾਲਿਸਿਸ ਨਹੀਂ ਕਰਦੇ, ਉਹ ਫੇਲ ਹੋ ਜਾਂਦੇ। ਇਤਿਹਾਸ ਸਾਡੀ ਚਰਚਾ ਕਿਤੇ ਗ੍ਰੰਥਾਂ ਦਾ ਸ਼ਿੰਗਾਰ ਬਣ ਕੇ ਨਾ ਰਹਿ ਜਾਏ। ਮੈਂ ਹੋਰ ਸਿੱਧੇ ਸ਼ਬਦਾਂ 'ਚ ਬੇਨਤੀ ਕਰਦਾ, ਆਪਣੇ ਆਪ ਨੂੰ ਪੁੱਛੀਏ। ਸ਼ੱਕ ਨਹੀਂ ਹੈ, ਨੀਅਤ ਤੇ ਸ਼ੱਕ ਨਹੀਂ ਹੈ, ਕੰਮ ਤੇ ਸ਼ੱਕ ਨਹੀਂ ਹੈ, ਪਰ ਜ਼ਰੂਰੀ ਹੈ ਕਿ ਕਿੱਥੋਂ ਤੁਰੇ ਕਿੱਥੇ ਪਹੁੰਚੇ, ਇਹ ਵਾਚਣਾ ਜ਼ਰੂਰ, ਕਿਉਂਕਿ ਇਤਿਹਾਸ ਇੱਕ ਮੀਲ ਪੱਥਰ ਹੁੰਦਾ। ਹੁਣ ਮੀਲ ਪੱਥਰ ਦਾ ਕੰਮ ਕੀ ਹੁੰਦਾ ਹੈ ਵੀ ਇੱਕ ਤੇ ਉਹ ਜਾਣਕਾਰੀ ਦਿੰਦਾ ਹੈ ਕਿ ਡਾਇਰੈਕਸ਼ਨ ਸਹੀ ਹੈ, ਦੂਜਾ ਉਹ ਜਾਣਕਾਰੀ ਦਿੰਦਾ ਹੈ ਕਿ ਮੰਜ਼ਿਲ ਕਿੰਨੀ ਦੂਰ ਹੈ। ਪਹਿਲੀ ਗੱਲ ਤੇ ਮੰਜ਼ਿਲ ਸਹੀ ਹੈ, ਸਫ਼ਰ ਸਹੀ ਹੈ, ਪੈਂਡਾ ਸਹੀ ਹੈ, ਦਿਸ਼ਾ ਸਹੀ ਹੈ। ਦੂਜਾ ਉਹ ਦੱਸਦਾ ਦਸ਼ਾ ਕੀ ਹੈ, ਤੂੰ ਕਿੰਨੀ ਦੂਰੀ ਤੇ ਹੈ। ਦਿਸ਼ਾ ਵੀ ਦੱਸਦਾ ਤੇ ਦਸ਼ਾ ਵੀ ਦੱਸਦਾ ਕਿ ਆਪਣੀ ਮੰਜ਼ਿਲ ਤੋਂ ਕਿੰਨੀ ਵਿਰਥ ਤੇ ਆ। ਤੇ ਜੇ ਥੋੜਾ ਜਿਹਾ ਬੀਤੇ ਵੱਲ ਪਿੱਛੇ ਨੂੰ ਆਪਾਂ ਝਾਕ, ਉਸੇ ਮੀਲ ਪੱਥਰ ਦੇ ਪਿੱਛੇ ਨੂੰ ਨਿਗਾਹ ਮਾਰ ਕੇ ਉਹ ਦੂਜੇ ਪੱਖ ਨੂੰ ਵੇਖੀਏ, ਬੈਕ ਸਾਈਡ ਨੂੰ, ਬੀਤੇ ਨੂੰ, ਤੇ ਫਿਰ ਇਹ ਵੀ ਦੱਸਦਾ ਕਿ ਤੂੰ ਕਿੱਥੋਂ ਤੁਰਿਆ ਸੀ ਤੇ ਕਿੰਨਾ ਕੁ ਸਫ਼ਰ ਤੈਅ ਕਰ। ਇਹ ਤਿੰਨ ਚੀਜ਼ਾਂ ਅਸੀਂ ਇਤਿਹਾਸ ਕੋਲੋਂ ਜਾਣਨੀਆਂ, ਦਿਸ਼ਾ ਵੀ ਜਾਣਨੀ ਹੈ, ਦਸ਼ਾ ਵੀ ਜਾਣਨੀ ਹੈ, ਤੇ ਆਪਣੀ ਤਰੱਕੀ ਦੀ ਕਹਾਣੀ ਵੀ ਜਾਣਨੀ ਹੈ ਵੀ ਕਿੱਥੋਂ ਤੁਰੇ ਸੀ ਤੇ ਕਿੱਥੇ ਪਹੁੰਚੇ। ਹੋਰ ਸਪਸ਼ਟ ਬੇਨਤੀ ਕਰਦਾ, ਆਪਣੇ ਸ਼ਹੀਦਾਂ ਦੇ ਰੂਬਰੂ ਹੋਣਾ 100 ਸਾਲ ਬਾਅਦ, ਆਪਣੇ ਸ਼ਹੀਦਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਦੋਂ ਸਾਨੂੰ ਪੁੱਛਣਗੇ ਵੀ ਸਾਡੀ ਸ਼ਹੀਦੀ ਦਾ ਕਾਰਨ ਤੁਹਾਡੀ ਸਮਝ 'ਚ ਆਇਆ। ਆਪਣੇ ਜਿਹੜੀਆਂ ਸ਼ਤਾਬਦੀਆਂ ਹੁੰਦੀਆਂ ਨਾ, ਆਪਾਂ ਆਪਣੇ ਸ਼ਹੀਦਾਂ ਦੇ ਰੂਬਰੂ ਹੋ ਰਹੇ ਆ, ਉਹਨਾਂ ਦੇ ਸਨਮੁਖ ਖੜੇ ਆ।
ਇੰਨੇ ਕੁ ਸਵੈ ਮਾਨ ਨਾਲ ਖੜੀਏ ਕਿ ਸਾਡਾ ਸਿਰ ਉੱਚਾ ਹੋਵੇ ਕਿ ਅਸੀਂ ਤੁਹਾਡੇ ਰਾਹ ਤੇ ਤੁਰ ਰਹੇ ਹਾਂ। ਘੱਟੋ ਘੱਟ ਬਹੁਤ ਸਾਰੇ ਲੇਖੇ ਜੋਖੇ ਹੁੰਦੇ ਹਨ ਸ਼ਤਾਬਦੀਆਂ ਵਿੱਚ। ਜਿਹੜੇ ਵੱਡੇ ਨੇ ਉਹ ਸਾਰੇ ਬੜੇ ਸਿਆਣੇ ਨੇ, ਪਰ ਨਾਲ ਇਹ ਮੈਂ ਨਾਲ ਚੌਕੀਦਾਰਾ ਕਰਦਾ, ਤੁਹਾਡਾ ਪਹਿਰੇਦਾਰ ਵੀ ਕੌਮ ਦਾ, ਮੈਂ ਆਪਣਾ ਫਰਜ਼ ਸਮਝਦਾ। ਇਹ ਵੀ ਜ਼ਰੂਰੀ ਬੇਨਤੀ ਹੈ ਸਾਧ ਸੰਗਤ, ਬੇਅੰਤ ਸਿਆਣਪ ਹੋਣ ਦੇ ਬਾਵਜੂਦ ਨਾਲ ਨਾਲ ਇਹ ਵੀ ਜ਼ਰੂਰੀ ਬੇਨਤੀ ਹੈ ਕਿ ਸਾਡੀਆਂ ਸ਼ਤਾਬਦੀਆਂ ਇਕੱਠਾਂ ਤੇ ਲੰਗਰਾਂ ਦੇ ਸਵਾਦਾਂ ਦੀ ਭੇਟਾ ਨਾ ਚੜ੍ਹਨ। ਕਿਹਦਾ ਇਕੱਠ ਕਿੰਨਾ ਹੋਇਆ ਇੰਨੀ ਕੁ ਆਊਟਪੁੱਟ ਨਹੀਂ ਹੈ। ਲੇਖੇ ਜੋਖੇ ਬੜੇ ਜ਼ਰੂਰੀ ਨੇ ਸਾਧ ਸੰਗਤ। ਜਦੋਂ ਅਸੀਂ ਥੋੜਾ ਪਿਛੋਕੜ ਵੱਲ ਜਾਂਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਸ਼ੁਰੂ ਕਰ ਲਈਏ ਤੇ ਲਗਭਗ ਇੱਕ ਸਦੀ ਦਾ ਸਮਾਂ ਨੇੜੇ ਤੇੜੇ ਸਿੱਖਾਂ ਦੀ ਜਿਹੜੀ ਹਾਲਤ ਸੀ ਉਹ ਵਧੀਆ ਨਹੀਂ ਸੀ। ਜਿਹਨੂੰ ਅਸੀਂ ਕਹਿੰਦੇ ਨਾ ਦੁਰਦਸ਼ਾ, ਉਹ ਵੱਖਰੀ ਗੱਲ ਹੈ ਵੀ ਦੁੱਖ ਮੈਂ ਦੁੱਖ ਨਹੀਂ ਮਾਨਿਆ ਜੀ, ਗੁੜਤੀ ਸਾਨੂੰ ਮਹਾਰਾਜ ਨੇ ਦਿੱਤੀ ਸੀ, ਪਰ ਦਸ਼ਾ ਵਧੀਆ ਨਹੀਂ ਸੀ। ਜੰਗਲਾਂ ਬੇਲੀਆਂ ਝੱਲਾਂ 'ਚ ਬਸੇਰਾ ਆ, ਸਿਰ ਤੇ ਛੱਤ ਨਹੀਂ, ਤਨ ਤੇ ਕੱਪੜੇ ਨਹੀਂ, ਖਾਣ ਲਈ ਭੋਜਨ ਨਹੀਂ, ਕਾਹਨੂੰਵਾਨ ਦੇ ਸ਼ੰਭਾਂ 'ਚ, ਬੀਕਾਨੇਰ ਦੇ ਰੇਗਿਸਤਾਨਾਂ 'ਚ, ਬਸੋਲੀ ਦੀਆਂ ਪਹਾੜੀਆਂ 'ਚ। ਇਹਨਾਂ ਹਾਲਾਤਾਂ ਦੇ ਅੰਦਰ ਜਿਹੜਾ ਸਾਡੇ ਜਿਹੜੇ ਇਤਿਹਾਸਕ ਸਥਾਨ ਸਨ, ਉਹਨਾਂ ਦਾ ਸਮੁੱਚਾ ਪ੍ਰਬੰਧ ਉਦਾਸੀ ਨਿਰਮਲੇ ਸਾਧੂ ਮਹਾਤਮਾਵਾਂ ਦੇ ਕੋਲ ਰਿਹਾ। ਕੋਈ ਡਾਊਟ ਨਹੀਂ ਹੈ, ਕੋਈ ਸ਼ੱਕ ਨਹੀਂ ਹੈ। ਜਿਸ ਤਰ੍ਹਾਂ ਦਾ ਵੀ ਚਲੋ ਉਹਨਾਂ ਨੇ ਸੰਭਾਲਿਆ ਜੀ, ਧੰਨਵਾਦ ਹੈ ਉਹਨਾਂ ਮਹਾਂਪੁਰਖਾਂ ਦਾ, ਧੰਨਵਾਦ ਹੈ। ਪਰ ਨਾਲ ਨਾਲ ਇਹ ਜ਼ਰੂਰ ਹੁੰਦਾ ਗਿਆ ਵੀ ਜਿਹੜੀ ਸਨਾਤਨੀ ਸੋਚ ਸੀ ਨਾ ਜੀ, ਕਈ ਜਗ੍ਹਾ ਦੇ ਉੱਤੇ ਤੁਹਾਨੂੰ ਬਹੁਤ ਵੱਖਰੇ ਕਿਸਮ ਦੀਆਂ ਮਰਿਆਦਾਵਾਂ ਸਾਡੇ ਕੇਂਦਰੀ ਸਥਾਨਾਂ 'ਤੇ ਮਿਲਣਗੀਆਂ। ਜੀਵਾਂ ਨੂੰ ਮਾਰ ਕੇ ਖੂਨ ਦਾ ਤਿਲਕ ਸ਼ਸਤਰਾਂ ਨੂੰ ਲਾਉਣਾ, ਟੱਲੀਆਂ ਖੜਕਾਉਣੀਆਂ, ਦੀਵੇ ਜਗਾਉਣੇ, ਉਹ ਸਾਰਾ ਕੁਝ ਉਹੀ ਪ੍ਰਭਾਵ ਸੀ ਜੀ, ਵਕਤ ਦਾ ਪ੍ਰਭਾਵ ਸੀ। ਜਿੱਦਾਂ ਦੇ ਲੋਕ ਆ ਕੇ ਉਹਨਾਂ ਪ੍ਰਬੰਧਾਂ ਦੇ ਉੱਤੇ ਸਥਾਪਿਤ ਰਹੇ, ਉਹ ਆਪਣਾ ਅਸਰ ਜ਼ਰੂਰ ਛੱਡਦੇ ਗਏ। ਫਿਰ ਸੁੱਖ ਨਾਲ ਸਿੱਖ ਰਾਜ ਆ ਗਿਆ, ਬੜਾ ਸੋਨਾ ਵੀ ਚੜਿਆ, ਜਾਇਦਾਦਾਂ ਵੀ ਗੁਰੂ ਘਰਾਂ ਦੇ ਨਾਂ ਲੱਗੀਆਂ, ਗੁਰੂ ਘਰ ਬੜੇ ਅਮੀਰ ਹੋਏ, ਆਰਥਿਕ ਪੱਖ ਤੋਂ ਧਨਾੜ ਹੋਏ, ਜਗੀਰਾਂ ਲੱਗੀਆਂ। ਜਿੱਥੇ ਬਾਕੀ ਮਤਾਂ ਦੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਖੁੱਲ੍ਹੇ ਦਿਲ ਨਾਲ ਸੇਵਾਵਾਂ ਕੀਤੀਆਂ, ਉੱਥੇ ਜਿਹੜੇ ਸਿੱਖੀ ਦੇ ਕੇਂਦਰੀ ਸਥਾਨ ਸਨ ਜੀ, ਬੜੇ ਖੂਬਸੂਰਤ ਸ਼ਾਨੋ ਸ਼ੌਕਤ ਚਮਕੀ। ਪਰ ਜੇ ਅਸੀਂ ਸਿੱਖ ਰਾਜ ਦੇ ਅੰਦਰ ਸਿੱਖ ਸਿਧਾਂਤ ਦੀ ਗੱਲ ਕਰੀਏ, ਜਿੱਦਾਂ ਦਾ ਮਾਣ ਕਰਨਾ ਬਣਦਾ ਸੀ ਨਾ ਜੀ, ਉੱਦਾਂ ਦਾ ਨਹੀਂ ਕਰ ਸਕੇ। ਵੇਖੋ, ਮੈਂ ਇਹ ਨਹੀਂ ਕਹਿੰਦਾ ਵੀ ਸਿੱਖ ਰਾਜ ਨੂੰ ਕਿਸੇ ਨਾਲ ਕੰਪੇਅਰ ਕਰਾਂ, ਪਰ ਜੇ ਮੈਨੂੰ ਨਿੱਜੀ ਤੌਰ ਤੇ ਕੋਈ ਪੁੱਛੇ ਨਾ ਜੀ, ਨਿੱਜੀ ਤੌਰ ਤੇ, ਮੈਂ ਸ਼ਾਇਦ ਜਮਾਤੀ ਤੌਰ ਤੇ ਨਾ ਵਰਤ ਸਕਾਂ ਇਹ ਸ਼ਬਦ, ਜਿੱਦਾਂ ਦਾ ਜਜ਼ਬਾ ਬੌਧ ਮਤ ਵਾਸਤੇ ਅਸ਼ੋਕ ਪ੍ਰਗਟ ਕਰਦਾ ਹੈ, ਉਹ ਤਰੀਕੇ ਕੀ ਨੇ ਅਲੱਗ ਗੱਲ ਹੈ। ਜਿੱਦਾਂ ਦੀਆਂ ਭਾਵਨਾਵਾਂ ਇਸਲਾਮ ਲਈ ਔਰੰਗਜ਼ੇਬ ਪ੍ਰਗਟ ਕਰਦਾ ਹੈ, ਤਰੀਕੇ ਕੀ ਨੇ ਉਹ ਵੱਖਰੀ ਗੱਲ ਹੈ ਸਾਧ ਸੰਗਤ ਜੀ, ਮੈਂ ਉਹਦੀ ਚਰਚਾ ਨਹੀਂ ਕਰ ਰਿਹਾ। ਜਦੋਂ ਅਸੀਂ ਆਪਣੇ ਵੱਲ ਝਾਤੀ ਮਾਰਦੇ ਹਾਂ, ਬਿਲਡਿੰਗਾਂ ਖੂਬਸੂਰਤ ਨੇ, ਸੋਨਾ ਹੀਰੇ ਪੰਨੇ ਬਹੁਤ ਕੁਝ ਚੜ੍ਹਿਆ। ਜੋ ਦੁਨੀਆ ਦੀ ਸੋਹਣੀ ਚੀਜ਼ ਹੁੰਦੀ ਸੀ, ਮਹਾਰਾਜਾ ਰਣਜੀਤ ਸਿੰਘ ਉਹ ਚਾਹੁੰਦੇ ਸੀ ਗੁਰੂ ਘਰ ਅਰਪਣ ਹੋਵੇ, ਕੋਈ ਸ਼ੱਕ ਨਹੀਂ। ਅਕੀਦਤ ਤੇ ਸ਼ਰਧਾ ਦੇ ਉੱਤੇ ਕੋਈ ਮੈਂ ਕਿੰਤੂ ਨਹੀਂ, ਕੋਈ ਸਵਾਲ ਨਹੀਂ ਪੈਦਾ ਕਰ ਰਿਹਾ, ਪਰ ਸਿਧਾਂਤਕ ਪਹਿਲੂ ਜਦੋਂ ਵੇਖਦੇ ਹਾਂ ਤੇ ਜਿਸ ਮੁਕਾਮ ਉੱਤੇ ਸਾਨੂੰ ਉਸ ਵਕਤ 'ਤੇ ਪਹੁੰਚਣਾ ਚਾਹੀਦਾ ਸੀ, ਉੱਥੇ ਨਹੀਂ ਪਹੁੰਚੇ। ਭਾਵੇਂ ਜ਼ਿਕਰ ਆਉਂਦਾ ਅਕਾਲੀ ਫੂਲਾ ਸਿੰਘ ਜੀ ਦੇ ਕੁੰਡੇ ਦਾ, ਸਿਧਾਂਤਕ ਕੁੰਡੇ ਦਾ ਜ਼ਿਕਰ ਆਉਂਦਾ, ਪਰ ਇਹਦੇ ਬਾਵਜੂਦ ਵੀ ਜਦੋਂ ਸੱਚਾਈ ਵੇਖਦੇ ਹਾਂ ਤੇ ਮੂੰਹ ਨਹੀਂ ਮੋੜ ਸਕਦੇ ਸਾਧ ਸੰਗਤ ਜੀ। ਰਾਣੀਆਂ ਦਾ ਸਤੀ ਹੋਣਾ, ਬੇਦੀ ਨਾਲ ਵਿਆਹ ਹੋਣੇ ਅਤੇ ਹੋਰ ਬਹੁਤ ਕੁਝ
बहुत कुछ ਇਹਦਾ ਜੇ मैं विस्तार ਕਰਨ लगांगा तो बहुत लंबेरा है। उगड़ के ना जी सनातनी विचारधारा उगड़ के सामने आती है, फिर अंग्रेज हुकूमत आ जाती है जिन्हें सीधे रूप च मानयोग सरदार हरदीप सिंह जी गल कर रहे सन तरनताਰਨ साहब की, मुख रूप च श्री दरबार साहब ते श्री तरनताਰਨ साहब तो बिल्कुल सीधे रूप में अपने सरबराहां दे अधीन कर लिया अंग्रेज़ों ने। जिस तरह का मनसा सी उदा ही चलाउण लग पे, और इन्ना निगार आया, इन्ना निगार आया, एक इशारे मात्र सिर्फ जात पात का वितकरा बिल्कुल गुरु नानक के सिद्धांत तार तार हो गए, जिहदे विच सब तो वड्डा घिनौना जुर्म सी, अपराध सी जात पात के आधार के उत्ते वंडना। गुरु नानक के सिद्धांत को बिल्कुल लीरो लीर किया। सब मैं जोत जोत है सोए वाले मानस की जात सब है एक है पहचान होए वाले सिद्धांत के उत्ते सुहागा फेर दिता। तो जिक्र एक आउंदा कि कोई परिवार जिन्हों अखौती उस वेले मैनू शब्द कहना वाजिब नहीं लग रहा, पर जिदा की अखौती वर्ण वंड सी जी सनातनी सोच के अनुसार वो किदा का असर रख रही सी सिखां दे उत्ते, आ सिद्धांतक तौर के उत्ते कितना वड्डा प्रभाव असीं कबूल चुके सी कि वो अखौती पछड़ी श्रेणी वाला अमीर कोई परिवार समेत सिंह सज के सोहने सुंदर स्वरूप के अंदर श्री दरबार साहब बड़ी शरधा नाल कड़ाह प्रसाद लैके श्री अकाल तख्त साहब जाता है, तो उसकी भेटा नूं प्रवान नहीं किया जाता। गुरु नानक के घर विचों गुरु नानक की सोच नूं किस तरीके नाल मनफी किया गया। हुण तुसीं भी गुरुद्वारा साहब का स्थापना दिवस मना रहे हो, तो गुरुद्वारे तो है ही इस वास्ते सन, साडे इंस्टीट्यूशन सी गुरुद्वारा साहिबान के, जिथों असीं सिख के अमली जीवन जीना है, जिन्हां दा मुख मनोरथ सतगुरु जी बाणी च दसदे आ कि गुरु द्वारा होए सोझी पाए सोझी, तो सोझी के उत्ते बिल्कुल चंद्रा मार दिता भी सोझी का तो काम ही कोई नहीं, कर्मकांड के अड्डे बना दिते, बुत पूजा मूर्ति पूजा गद्दे ला के बंदे बैठन लग पे, असीं वक्री श्रेणी चों आ, वक्री बरादरी चों। 1873 के करीब जी सी सिंह सभा लहर वो पहुंच आ गई, बहुत वड्डी देन है सिंह सभा लहर की सिख पंथ, ज्ञानी दिल सिंह जी वर्गियां, ज्ञानी गुरमुख सिंह जी वर्गियां शख्सियतां, वो वक्री गल है भी काबज धिरां ने पंथ विचों छेकिया। तो मैनूं पता है 1995 के विच मैंबर साहब होरां दे उदम दे नाल किवें फेयर कौम च उन्हां नूं शामिल किया गया। मैं वो सारे एपीसोड तो जानूँ, बड़ी दूर अंदेशी नाल बड़ा प्यारा उदम होया उस वक्त के सत्कारयोग सिख साहिबाना वालों। इदां दी दुर्दशा सी साडी। हुण सिंह सभा गुरुद्वारा साहिबान, इसदा नाम ही सिंह सभा गुरुद्वारा साहिब, प्रचार के केंद्र, उसका एक कारण भी ये सी जी कि साडे इतिहासक स्थान जिहड़े सी वो सिੱਖੀ के प्रचार वास्ते वरते ही नहीं सी जा रहे, अड्डे बन गए। मनुखी कब्जियां दे सरकारी दबदबा के अड्डे बन चुके सन, सिੱਖੀ के प्रचार वास्ते इतिहासक स्थान जिहड़े सी नहीं सी वरते जा रहे। वो है प्लेटफॉर्म सी साडे सिੱਖੀ प्रचार के, जितों गुरुद्वारा होए सोझी पाए सी आरंभता हुई सी, ते मजबूरी वश सिंह सभा लहर नूं ये केंद्र स्थापित करने पे, विद्यक खेत्र में उद्यम किया, रहत मर्यादा वर्गी देन दी पंथ नूं, जिस लहर के विचों ही श्रोमणी गुरुद्वारा प्रबंधक कमेटी होना चाहती है, श्रोमणी अकाली दल होने में चाहता है पंथक हितां की पहरेदारी वास्ते। सिंह सभा लहर की देन सी ना साध संगत जी। तुसीं मैं बेनती करदा सरदार करतार सिंह चप्पर इस साके दे नाल वो भी इन बिन जुड़े हुए हैं, भाई लक्ष्मण सिंह जी होरां दे पैरलर। वक्री गल है भी इन्हां दी झोली च सतगुरु जी के दर की सब तो वड्डी नियामत पई शहीदी का मरतबा, जिहदे करके भाई लक्ष्मण सिंह जी पंथ वास्ते
बहुत महान हस्ती रखते हैं, पदवी रखते हैं। एक नौजवानों का गठन है, चोरियां करते हैं, रात जाना, लोग सौ जाने, जो लभना चुरा के लै आना। एक पिंड विच चोरी करने वास्ते जाते हैं, सिंह सभियां का दीवान सजिया हुआ, अनमत की पूजा, कलपत देवी देवते, अनमती त्यौहार, बहुत कमाल का संघर्ष सी। अज भी तुसीं ज्ञानी दित्त सिंह जी होरां दीयां पुस्तकां पढ़ो, सिर झुक जाता उन्होंने महापुरखों को भी कितना वड्डा संघर्ष उन्होंने लड़िया, सच बोलन का कितना वड्डा बल सी उन्होंने अंदर, आत्मक तौर पर किन्ने बलवान सन साडे महापुरख। थोड़े वसीलियां के बावजूद किड्डी मशक्कत की, एजुकेशन का एक वड्डा स्ट्रक्चर जिहड़ा सी उन्होंने महापुरखों ने खड़ा किया। हर सिंह खालसा स्कूल जिहड़े स्थापित होए उन्होंने नाल गुरुद्वारा साहिब हुंदे सी, ते साडीआं वो संस्थावां जिहड़ियां सी वो बच्चियां दी केवल बौद्धिक घाड़त नहीं सी घटदियां, रूहानी घाड़त भी घटदियां सन, सर्वपक्षी विकास हुंदा सी। वो पता नहीं क्यों असी भेखां दे पुजारी हो गए ते एडियां महान करनियां नूं विसार के रख दिता जी। किन्ने कुछ साडे बच्चे ने जिन्हां ने कदी चाह नाल गौर करके शरधा दे नाल पढ़िया होवे अपने पुरखियां दा इतिहास, उन्हां दे करनी नामियां है ही नहीं घरां दे अंदर। किन्ने घर ने जिन्हां दे घरां च ज्ञानी दित्त सिंह जी की कोई पुस्तक हो, ज्ञानी गुरमुख सिंह जी का जीवन हो। मैं कलकत्ते तो बाई ट्रेन आया, कोई 20-22 साल पहला की गल है, 25 साल पहला की बाई ट्रेन मैं कलकत्ते तो आ रहा, तुहानूं पता लंबा समा लगता, 2-3 दिन लगने, लंबा सफ़र सी। एक फौजी वीर के कोल पुस्तक सी ते मैं मंग के पढ़नी शुरू कर दी। प्रोफैसर साहिब सिंह जी होरां दा जीवन सी। सच्चे पातशाह जी की हजूरी च बैठा गुरमुखो, लोगों तो छुप छुप के अपने अथरू गूंजता गया कि उस महापुरुष का जीवन पढ़ता गया, और बेशक ही मेरी आत्मा के चरणों में वाह तेरी कमाई बाबा, कितना संघर्ष किया सिख सिद्धांतों साडे तक पहुँचाने वास्ते। ये रुचि त्याग दी असी, जां ये अमीरी तो असी सखणे हो गए, साडे घर खाली हो गए असी। फर्नीचर हो सकता है 10-20-50 लाख का हो, टीवी महंगे हो, फ्रिजा महंगिया हो। चोरियां करदा गठन, सिंह सभा लहर, सिंह सभियां दे दीवान, पिंड पिंड, वसीले ही कोई नहीं सी साध संगत जी। सब तो वड्डी गल, कम्यूनीकेशन के साधन ही कोई नहीं है, आवाजाही के साधन कोई नहीं है, आर्थिक तौर के उत्ते कोई बहुते वड्डे स्रोत नहीं है कोल। टका टका इकट्ठा करके एवें नहीं सिख कौम दी एडियां एडियां एजुकेशन दी संस्थावां, जिस खालसा कालेज के उत्ते माण करना बनता सी। ये भी विश्लेषण करना कि की वो रोल अदा कर पा रहे साडियां संस्थावां जिहड़े मकसद वास्ते बड़ियां सी। जे नहीं तो असीं अपने शहीदां दे रूप झूठे पै रहे, उन्हां दी रूह पीड़ित हो रही है साडे फर्जां वल वेख के। इस संसार अंदर दो चीज़ां मेरी समझ में पईयां सासंगत, जदों असीं मरजीवड़ियां की बात करते हैं, उन्हां दी जिंदगी ते अपनी जिंदगी च जे मैं अंतर वेखदा तो दो चीज़ों का अंतर है, फर्ज ते गर्ज। गर्जी बंदा, लोभी बंदा, स्वार्थी बंदा केवल निज दीयां गर्जां तक सोचता है कि मैनू भावें मैं हाँ, मैं पैसों की सोच रखना, उस तरह का दोषी है। कोई पोलीटिकल प्राप्ति चाहता है, कोई शोहरत चाहता है, गल उत्थे टिकी हुई है। अपनियां निक्कियां निक्कियां गर्जां तक जो बंदा सीमित है, वह फर्जां नूं नहीं निभा सके। वो फर्ज निभाउंदा होया भी किते ना किते अपने स्वार्थ करके धरोह कर जाता है, क्योंकि वो वास्ते फर्ज वड्डा नहीं होंदा, गर्ज वड्डी होंदी, ते सारा कुछ कर कतर के भी असीं खाली रह जाते हैं। साडे वो महापुरख
जिन्हां दे अस, क्योंकि साडी भी एक मानसिकता बन गई ना, असीं कपड़े वेख के महापुरख कहते हैं, असीं किरदार वेख के महापुरख नहीं कहते। कितना पलटा होता सी उन्हां दे जीवन, किस मुकाम तक इधर किवें पहुंच गए जी, किदां उन्होंने कौम की होनी बदल के रख दी। सिंह सभीआं दा दीवान सजिया ते ये नौजवानों का समूह पिंड के बहुत नेड़े उडीक कर लगा, दीवान की समाप्ति होवे, लोग सौण ते असीं चोरी करी। हुण मजबूरी सी कंन ला के सुनना भी, हुण भी चुप करते हैं, हुण भी चुप करते हैं, सारे लेटे हुए हैं, चुपचाप, खड़का नहीं, आवाज़ नहीं, ते इसे एकाग्रता के नाल ध्यान जिहड़ा सी उस पासे जा रहा है। सब कुछ जो शांत होया तो साथी मुखी नूं कहण लगे भी जिहड़े काम लई आए हैं करिए। वो कहंदे नहीं, हुण नहीं, जो सुनिया है ना उन्हें मैनूं मेरा मकसद दस दिता, हुण मैं गर्ज वास्ते नहीं, हुण मैं फर्ज वास्ते रिस्क लवांगा। अगे गर्जां वास्ते रिस्क लै रहा सी, जिंदगी जोखम च पा रहा सी, हुण अपने फर्ज वास्ते जिंदगी जोखम च पावांगा। खंडे की पौहल प्राप्त की सरदार करतार सिंह चब्बर। एक रात कन्ना च पए हुए बोलों ने जीवन बदलिया ते फर्ज की पूर्ति वास्ते तोड़ दिता। मजबूरी सी सिंह सभा लहर का ये बड़ा बड़ा एक कमाल का तरीका सी कि जिन्हों अमृत छकाउणा है उन्होंने नाल एजुकेशन देनी, घट्टो घट्ट गुरमुखी अखर जरूर पढ़ाने ताकि वह बाणी पढ़ सके, इतिहास पढ़ सके। और उसके रिजल्ट देखो कितने कमाल के निकलते सी। वो पढ़न की रुचि लाते सी सिंह सभा लहर वाले वीर साडे। गुरमुखी पढ़ाई, नितनेम कर सकेगा, इतिहास पढ़ सकेगा, तो जो अमृत छक के गुरमुखी पढ़ी तो थोड़ा बहुता जो उस वेले अखबारों में लिखा जाता सी, पढ़न की रुचि जागी, पंथक सोच पैदा हुई, पढ़ के पता लगा साडे नाल तो बहुत धरो हो रहा। तो पहली बार सरदार करतार सिंह झब्बर जी होना ने अखबार बड़े पेज पहले पेज से इश्तिहार दे के सद्दा दिता बरजीवड़िया, आओ श्री अकाल तख्त साहब के विहड़े च इकट्ठे होइए। मानसिकता कहती है कि कोई आवेगा उत्थे ना। मैं बड़ा कमाल का विचार सोच पढ़ी करतार सिंह झब्बर जी होरां दी, कहंदे ये सोचते हैं भी अखबार पढ़े लिखे लोग पढ़ते हैं, पर कुर्बानियां करने वास्ते तो सादे लोगों ने आना। जिन्होंने अखबार पढ़नी है वो भावें आन ना, जिन्होंने सदना चाहते हैं वो अखबार नहीं पढ़ते, की बनेगा, कोई आवेगा। 150 तो 200 सिख जो इकट्ठा होया, जिन्होंने सरदार तेजा सिंह समुंदरी वर्गियां शख्सियतां सी। पहले दिन जो अकाल तख्त साहब के विहड़े गुरु की जी बाबे की बेर का प्रबंध, जिवें दस रहे थे मैंबर साहब तरनताਰਨ के सारे प्रबंध लै चुके सी अपने हत्थों। श्री ननकाना साहब के उत्ते ये अख बहुत देर की सी जी सिखां दी। एक खास जिक्र होंदा है कि श्रोमणी गुरुद्वारा प्रबंधक कमेटी की एक इकत्तरता के सरदार लक्ष्मण सिंह जी जा रहे सन, तो देवनेत नाल महंत नरैणू वो भी नाल बैठा सी, ते इन्हां दे नाल एक भेस बदल के जिहड़ा नरैणू का साथी सी, काली पग बन के वो भी बैठा सी। ते भाई साहब जी शरेआम लोगों को सुचेत करने लई अपना मनसूबा, अपना मकसद सब नूं दसदे सी कि मैं ननकाना साहब शहीदी पाउणी। उन्होंने उस ट्रेन के डब्बे च भी चर्चा की, जिहड़ा डील डॉल सी उन्हों का उस वेले तो हिम्मत नहीं की नरैणू के साथियों ने, पर यह गल क्लीयर सी भी उन्हों मकसद यही सी कि गुरु नानक साहब जी के प्रकाश स्थान को पापियों के पंजे तो मुक्त करना, सिक्खी के केंद्र में सिक्खी वास्ते ही लोगों वास्ते सौंपना। बड़े बेबाक मनुख सन जी भाई लक्ष्मण सिंह जी की जो असीं जिक्र करते हैं, जिवें सरदार करतार सिंह झब्बर जी होरां दा जिक्र है भी वो समर्पित होए कौमी कारजां नूं, इसे तरह भाई लक्ष्मण सिंह जी होरां दा बाल वरेसी पिता के नाल जिहड़े बार विच मुरब्बे मिले उत्थे चले गए, श्री तरनताਰਨ साहब आके दो साल पढ़ाई की। देखो उद्यम किन्ने कमाल। मैं संखेप की बात थोड़ी जी करा, एजुकेशन के संबंध में कितने बड़े उद्यम उन्होंने किए, बीबियां का विद्यक संस्थावां खोलियां। उस वेले ये सब कुछ करना बहुत औखा सी। अपना मनोरथ सदा उच्ची उच्ची बोल के दसते सी भी श्री ननकाना साहब शहीद होने, बेखौफ निर्भय किन्ने। उन्होंने बचपन दीयां गल्लां बड़ियां प्यारियां जिहियां मिलदियां साथ संगत, कहंदे बिच्छुआं दे जहर का असर उन्होंने नहीं सी हुंदा।
ਤੇ ਕਈ ਵਾਰੀ ਤੇ ਪੁੜੀ ਵਿੱਚ ਬਿੱਛੂ ਬੰਨ ਕੇ ਹਾਸੇ ਮਖੌਲ ਨਾਲ ਆਪਣੇ ਹਮ ਸਾਥੀਆਂ ਨੂੰ ਦੇ ਦੇਵੇ, ਖਾਣ ਵਾਲੀ ਚੀਜ਼ ਦਾ ਬਹਾਨਾ ਬਣਾ ਕੇ। ਭਰਿੰਡਾਂ ਆਦਿਕ ਦੇ ਖੱਖੜਿਆਂ ਨੂੰ ਹੱਥ ਵਿੱਚ, ਉਹਨਾਂ ਦੇ ਜਿਹੜੇ ਵੱਡੇ ਵੱਡੇ ਭਰਿੰਡਾਂ ਦੇ ਖੱਖੜੇ ਹੁੰਦੇ ਉਹਨਾਂ ਨੂੰ ਹੱਥ ਵਿੱਚ ਫੜ ਲੈਣਾ, ਸੱਪ ਫੜ ਕੇ ਕਪਾਹ ਵਿੱਚ ਬੰਨ੍ਹ ਕੇ ਉਹ ਦੁਕਾਨ ਤੇ ਵੇਚਣ, ਕਪਾਹ ਨਰਮਾ ਵੇਚਣ ਜਾਣਾ। ਕਈ ਵਾਰੀ ਤੇ ਸੱਪ ਫੜ ਕੇ ਪੱਗ ਵਿੱਚ ਬੰਨ੍ਹ ਕੇ ਘਰ ਆ ਜਾਣਾ। ਬੜੀ ਬੇਖੌਫ ਤੇ ਖਾਸ ਜ਼ਿਕਰ ਹੁੰਦਾ ਹੈ ਵੀ ਉੱਡਣ ਵਾਲਾ ਸੱਪ ਜਿਹਦੀ ਦਹਿਸ਼ਤ ਇੰਨੀ ਪੈ ਗਈ, ਨਖਾਸੂ ਦੇ ਉੱਤੇ ਪੈਂਦਾ ਸੀ, ਉਹ ਰਾਹ ਬੰਦ ਹੋ ਗਿਆ ਤੇ ਭਾਈ ਸਾਹਿਬ ਜੀ ਨੇ ਜਾ ਕੇ ਜੁੱਤੀਆਂ ਨਾਲ ਹੀ ਮਾਰ ਦਿੱਤਾ। ਬਾਲ ਉਮਰ ਤੋਂ ਲੈ ਕੇ ਬੜੀ ਦਲੇਰੀ ਸੀ ਉਹਨਾਂ ਦੇ ਅੰਦਰ, ਨਿਰਭਉ ਸਨ, ਪਰ ਜਜ਼ਬਾ ਸਿੱਖੀ ਦਾ ਬੜਾ ਕਮਾਲ ਦਾ ਸੀ। ਪਿਤਾ ਸਰਦਾਰ ਮੇਹਰ ਸਿੰਘ ਹੋਰਾਂ ਦੀ ਸੰਗਤ, ਰੰਗ ਚੜਿਆ ਹੋਇਆ ਸੀ। ਸਿੱਖ ਰਾਜ ਵੇਲੇ ਉਹ ਭਰਤੀ ਹੋਏ ਸਨ ਤੇ ਬਾਅਦ ਵਿੱਚ ਉਹਨਾਂ ਦੀ ਪਲਟਨ ਨੂੰ ਪੁਲਿਸ ਵਿੱਚ ਤਬਦੀਲ ਕਰ ਦਿੱਤਾ ਸੀ। ਇਨਾਮ ਵਜੋਂ ਮੁਰੱਬੇ ਮਿਲੇ ਸੀ। ਰੱਜੇ ਪੁੱਜੇ ਘਰਾਣੇ ਤੋਂ ਸਨ ਜੀ, ਕਿਸੇ ਚੀਜ਼ ਦਾ ਟੋਟਾ ਨਹੀਂ ਸੀ। ਸੁੱਖ ਦੀ, ਆਰਾਮ ਦੀ, ਭੋਗ ਵਿਲਾਸਾਂ ਦੀ ਜ਼ਿੰਦਗੀ ਜੂ ਸਕਦੇ ਸਨ, ਪਰ ਜਿਹੜਾ ਅੰਦਰ ਜਜ਼ਬਾ ਸੀ ਨਾ, ਸਪਿਰਿਟ ਸੀ, ਜਿਹੜੀ ਕਣੀ ਸੀ ਅੰਦਰ ਸਿੱਖੀ ਵਾਲੀ, ਉਹ ਬੜੀ ਕਮਾਲ ਦੀ ਸੀ। ਇਸ ਲਈ ਦੁਨਿਆਵੀ ਪਦਾਰਥਾਂ ਦੀ ਕਦੀ ਲਾਲਸਾ ਹੀ ਨਹੀਂ ਪੈਦਾ ਹੋਈ, ਤਿਆਰ ਪਰ ਤਿਆਰ ਰਹਿੰਦੇ। ਜਦੋਂ ਇੱਕ ਇੱਕ ਦਾ ਜੀਵਨ ਤੁਸੀਂ ਵੇਖੋਗੇ ਨਾ ਜੀ, ਸਰਦਾਰ ਕਿਹਰ ਸਿੰਘ ਹਰ ਵੇਲੇ ਤੱਕ ਇਹਨਾਂ ਦੇ ਧਰਮ ਪਤਨੀ ਦੀ ਇੱਕ ਬੱਚੇ ਨੂੰ ਜਨਮ ਦੇ ਕੇ ਮੌਤ ਹੋ ਗਈ। ਬਾਲ ਉਮਰ ਤੋਂ ਲੈ ਕੇ ਪਿਤਾ ਨੇ, ਦਾਦੀ ਨੇ ਪਾਲਿਆ ਭਾਈ ਦਰਬਾਰਾ ਸਿੰਘ, ਤੇ ਦਾਦੀ ਨੇ ਖਾਸ ਤੌਰ ਤੇ ਜ਼ਿਕਰ ਜਿਹੜਾ ਇਤਿਹਾਸ ਚ ਆਉਂਦਾ ਵੀ ਸਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀਆਂ ਸਾਖੀਆਂ ਸੁਣਾਉਣੀਆਂ। ਬਾਲ ਮਨ ਉੱਤੇ ਇੰਨਾ ਅਸਰ ਹੋਇਆ ਕਿ ਇਹ ਬੱਚਾ ਭਾਵੇਂ ਛੋਟੀ ਉਮਰ ਦਾ ਸੀ, ਪਰ ਸਿੱਖੀ ਦਾ ਰੰਗ ਗੂੜਾ ਚੜਿਆ, ਧਰਮ ਦਾ ਜਜ਼ਬਾ ਪ੍ਰਪੱਕ ਹੋਇਆ, ਦੁਨਿਆਵੀ ਰਸਾਂ ਕਸਾਂ ਤੋਂ ਬਿਲਕੁਲ ਨਿਰਲੇਪ ਰਹਿ ਕੇ ਛੋਟੀ ਉਮਰ ਤੋਂ ਸਿੱਧੀ ਜਿਹੜੀ ਅੰਦਰ ਸਿਦਕ ਵਾਲੀ ਭਾਵਨਾ ਸੀ ਨਾ, ਉਹ ਕੌਮ ਵਾਸਤੇ ਪੈਦਾ ਹੋਈ। ਤੇ ਅਕਸਰ ਕਹਿਣਾ ਕਿ ਸਾਹਿਬਜ਼ਾਦਿਆਂ ਵਾਂਗ ਮੈਂ ਵੀ ਸ਼ਹੀਦ ਹੋਵਾਂ, ਇਹ ਮਰਤਬੇ ਐਵੇਂ ਨਹੀਂ ਮਿਲਦੇ ਸਾਧ ਸੰਗਤ ਜੀ। ਇਹ ਰੁਤਬੇ ਦੇਖੋ, ਆਪਾਂ ਗੁਰੂ ਦੇ ਘਰ ਸੇਵਾ ਕਰ ਰਹੇ ਹਾਂ, ਸੇਵਾ ਕਰਦਿਆਂ ਕਰਦਿਆਂ ਹੋ ਸਕਦਾ ਇੱਥੇ ਬੈਠਿਆਂ ਕਥਾ ਕਰਦਿਆਂ ਮੌਤ ਆ ਜਾਏ, ਤੇ ਇਹ ਕਿਹਾ ਜਾ ਸਕੇਗਾ ਵੀ ਚਲੋ ਚੰਗੀ ਮੌਤ ਆ ਗਈ ਸੇਵਾ ਕਰਦਿਆਂ ਕਰੇ, ਪਰ ਸ਼ਹੀਦੀ ਦਾ ਰੁਤਬਾ ਬਹੁਤ ਚੱਲਦਾ ਹੈ। ਜਦੋਂ ਸ਼ਹੀਦ ਹੋਣ ਵਾਲੇ ਨੇ ਆਪ ਚੁਣਨਾ ਹੋਵੇ ਦੁਨੀਆ ਦੇ ਸੁੱਖਾਂ ਭਰੀ ਜ਼ਿੰਦਗੀ ਜਾਂ ਜ਼ਿੰਦਗੀ ਨਿਸ਼ਾਵਰ ਕਰਨ ਵਾਲਾ ਰਸਤਾ, ਜਦੋਂ ਆਪ ਚੁਣਨਾ ਹੋਵੇ, ਮਜਬੂਰੀ ਵਿੱਚ ਸ਼ਹੀਦੀ ਨਹੀਂ ਹੁੰਦੀ ਸਾਧ ਸੰਗਤ, ਜਾਂ ਸ਼ਹੀਦੀ ਇਹ ਚਿੰਤੇ ਬਾਜ ਪਏ ਨੂੰ ਨਹੀਂ ਕਹਿੰਦੇ। ਜਦੋਂ ਚੁਣਨ ਵਾਲੇ ਨੇ ਆਪ ਚੁਣਨਾ ਹੁੰਦਾ ਹੈ ਵੀ ਕੁਰਬਾਨੀਆਂ ਵਾਲਾ ਰਾਹ ਜਾਂ ਸੁੱਖਾਂ ਲੱਦੀ ਜ਼ਿੰਦਗੀ, ਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਕਫਨ ਵੱਜੇ ਹੋਣ, ਜਿਹੜੇ ਕੂਕ ਕੂਕ ਕੇ ਕਹਿ ਰਹੇ ਹੋਣ ਕਿ ਇਹ ਜਨਮ ਤੁਹਾਰੇ ਲਿਖੇ, ਉਹਨਾਂ ਮਹਾਂਪੁਰਖਾਂ ਨੂੰ ਅਸੀਂ ਪ੍ਰਣਾਮ ਕਰਨ ਲਈ ਬੈਠੇ। ਬਾਲ ਉਮਰ ਦਰਬਾਰਾ ਸਿੰਘ, ਇੱਕ ਛੋਟਾ ਜਿਹਾ ਟਰੈਕਟ ਮਿਲਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫ੍ਰੀ ਬਣਦੀ ਹੈ, ਜੇ ਕਿਤੇ ਮਿਲੇ ਪੜ੍ਹਿਓ, ਸਿਦਕ ਦਾ ਭਾਂਪੜ। ਜਿੱਥੇ ਵੀ ਗੁਰਸਥਾਨ ਤੇ ਦਰਸ਼ਨ ਕਰਨ ਜਾਓ ਤੁਹਾਨੂੰ ਉੱਥੇ ਮਿਲ ਜਾਏ। ਮੈਂ ਨਾਂ ਇਸ ਲਈ ਲਿਆ ਵੀ ਥੋੜੀ ਕਿਰਿਆਸਤੀ ਹੋ ਜਾਏ ਵੀ 2 4 5 7 8 ਪੇਜ ਨੇ ਲੈ ਕੇ ਪੜ੍ਹ ਹੀ ਲਈਏ। ਅਕਸਰ ਦਰਬਾਰਾ ਸਿੰਘ ਕਹਿੰਦਾ ਕਿ ਮੈਂ ਵੀ ਸ਼ਹੀਦ ਹੋਵਾਂ। ਬਹੁਤ ਵਰਕ ਜਿਹੜਾ ਸੀ ਭਾਈ ਲਛਮਣ ਸਿੰਘ ਜੀ ਹੋਰਾਂ ਜਥੇਬੰਦਕ ਰੂਪ ਵਿੱਚ, ਸਭ ਤੋਂ ਵੱਡੀ ਤਾਕਤ ਜਿਹੜੀ ਨਾ ਕੌਮ ਦੀ, ਉਹ ਜਥੇਬੰਦਕ ਤਾਕਤ। ਸਭ ਤੋਂ ਵੱਡੀ ਕਮਜ਼ੋਰੀ ਹੈ ਖਿੰਡਾਓ। ਉਹਨਾਂ ਦੀ ਜਿਹੜੀ ਮਿਹਨਤ ਸੀ ਨਾ ਜੀ, ਉਹ ਅਚਨਚੇਤ ਇੱਕ ਦਿਨ 'ਚ ਨਹੀਂ ਤੁਰ ਪਏ। ਇੱਕ ਗਰਾਊਂਡ ਬਣਾਈ ਹੋਈ ਹੈ, ਲੋਕਾਂ ਦੀ ਮਾਨਸਿਕਤਾ ਨੂੰ ਪ੍ਰਪੇਅਰ ਕੀਤਾ ਹੋਇਆ, ਤੇ ਜਿੱਦਣ ਨਨਕਾਣਾ ਸਾਹਿਬ ਤੁਰਨਾ ਸੀ ਉਸ ਦਿਨ ਪ੍ਰਚਾਰ ਕਰਨ ਵਾਸਤੇ ਨਹੀਂ ਆਏ, ਸ਼ਹੀਦ ਹੋਣ ਵਾਲਿਆਂ ਦੇ ਨਾਂ ਲਿਖਣ ਵਾਸਤੇ ਆਏ ਸੀ। ਇਹ ਗੱਲ ਨੂੰ ਨੋਟ ਕਰਿਓ ਤੁਸੀਂ। ਪਿਆਸ ਲੱਗਣ ਤੇ ਖੂਹਾ ਪੁੱਟਣ ਨਹੀਂ ਤੁਰੇ, ਪ੍ਰਚਾਰ ਪਹਿਲਾਂ ਕਰ ਚੁੱਕੇ ਨੇ। ਅੱਜ ਸ਼ਹੀਦ ਹੋਣ ਵਾਲਿਆਂ ਦੀ ਲਿਸਟ ਬਣਨੀ ਹੈ, ਤੇ ਬੜੇ ਚਾਅ ਨਾਲ ਭਾਈ ਕੇਰ ਸਿੰਘ ਜੀ ਨੇ ਆਪਣਾ ਨਾਂ ਲਿਖਾਇਆ। ਅੰਦਰੋਂ ਭੱਜ ਕੇ ਬੱਚਾ ਆਇਆ ਭਾਈ ਦਰਬਾਰਾ ਸਿੰਘ, ਕਹਿੰਦਾ ਬਾਪੂ ਨਾਲ ਮੈਂ ਵੀ ਸ਼ਹੀਦ ਹੋਣਾ। ਇਹ ਅੱਖਰ ਆਖਰੀ ਸਾਹਾਂ ਤੱਕ ਭਾਈ ਦਰਬਾਰਾ ਸਿੰਘ ਬੋਲਦੇ ਰਹੇ।
ਬਾਪੂ ਨਾਲ ਮੈਂ ਵੀ ਸ਼ਹੀਦ ਹੋਣਾ। ਦਾਦੀ ਨੇ ਬਹੁਤ ਕੁਝ ਕਿਹਾ, ਤੁਸੀਂ ਅਜੇ ਛੋਟੇ ਹੋ। ਦਾਦੀ ਦਾ ਚਿੱਤ ਨਹੀਂ ਸੀ ਕਰਦਾ ਕਿ ਮੇਰੇ ਕੋਲੋਂ ਇਹ ਮੇਰਾ ਲਾਲ ਜਾਵੇ। ਇਸ ਬਾਲਕ ਦੇ ਅੰਦਰ ਦਾ ਜਜ਼ਬਾ ਧੰਨ, ਜਿਹਨੇ ਕਿਹਾ ਦਾਦੀ ਮਾਂ ਤੂੰ ਹੀ ਤੇ ਮੈਨੂੰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀਆਂ ਸਾਖੀਆਂ ਸੁਣਾਈਆਂ ਸੀ, ਉਹ ਵੀ ਤੇ ਛੋਟੀ ਸੀ। ਸਿਦਕ ਇੰਨਾ ਕਿ ਵੱਡਿਆਂ ਨੂੰ ਨਿਰੁੱਤਰ ਕਰ ਦਿੱਤਾ ਤੇ ਇਸ ਬਾਲਕ ਨੇ ਸ਼ਹੀਦੀ ਜਥੇ 'ਚ ਨਾਂ ਲਿਖਾ ਲਿਆ। ਸਾਰਾ ਜਥਾ ਚਾਹੁੰਦਾ ਹੈ ਕਿ ਬਾਲਕ ਸ਼ਹੀਦ ਨਾ ਹੋਵੇ, ਛੋਟਾ ਹੈ। ਫਿਰ ਵੇਖੋ ਸ਼ਹੀਦੀ ਜਥੇ ਨੂੰ ਸਾਰੀ ਖਬਰ ਹੋ ਚੁੱਕੀ ਹੈ। ਜਦੋਂ ਅਰਦਾਸ ਕਰਕੇ ਤੁਰਦਾ ਹੈ ਨਾ ਜੀ ਸ਼ਹੀਦੀ ਜਥਾ, ਤੇ ਅਰਦਾਸ ਦੇ ਕਰਕੇ ਹੁਕਮਨਾਮਾ ਬਖਸ਼ਿਸ਼ ਹੋਇਆ ਸੀ, ਜਿਹਦੇ ਅੰਦਰ ਪਵਿੱਤਰ ਬਚਨ ਹੁੰਦੇ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੈ, ਮੇਲ ਇਹੋ ਵਡਿਆਈ। ਹੁਣ ਖਬਰ ਮਿਲ ਗਈ ਸੀ ਵੀ ਨਰੈਣੂ ਮਹੰਤ ਨੇ ਮਿੱਟੀ ਦੇ ਤੇਲ ਦੇ ਪੀਪੇ ਭਰ ਕੇ ਰੱਖੇ ਆ, ਗੁੰਡੇ ਬਦਮਾਸ਼ ਬੁਲਾਏ ਆ, ਬੰਦੂਕਾਂ ਦਾ ਬਰੂਦ ਭਰਿਆ ਪਿਆ। ਇਹ ਖਬਰ ਹੋ ਚੁੱਕੀ ਸੀ, ਪਰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਇਹ ਮੋਹਰ ਲਾ ਕੇ ਤੋੜ ਦਿੱਤਾ ਹੋਵੇ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਉਹ ਨਹੀਂ ਸੀ ਰੋਕਦੇ। ਉਹ ਕਹਿੰਦੇ ਹੁਕਮ ਸਤਿਗੁਰੂ ਜੀ ਨੇ ਕਰ ਦਿੱਤਾ, ਤੇ ਜੇ ਤੇਲ ਦੇ ਪੀਪੇ ਭਰੇ ਪਏ ਨੇ ਤੇ ਅਸੀਂ ਆਪਣਾ ਆਪ ਜਲਾਉਣ ਵਾਸਤੇ ਤਿਆਰ। ਸਭ ਤੁਰੇ। ਭਾਈ ਲਛਮਣ ਸਿੰਘ ਜੀ ਦਾ ਜਥਾ ਪਹੁੰਚਿਆ ਸਤਸੰਗ ਅੰਮ੍ਰਿਤ ਵੇਲੇ ਜਾ ਕੇ ਤਾਬਿਆ ਬਹਿ ਆਸਾ ਜੀ ਕੀ ਵਾਰ ਦਾ ਪਾਠ। ਹੁਣ ਸਿੱਖਾਂ ਦੇ ਮਨ ਵਿੱਚ ਵੀ ਨਹੀਂ ਸੀ ਕਿ ਅਸੀਂ ਝਗੜਾ ਕਰਨਾ, ਟਕਰਾਅ ਕਰਨਾ ਗੁਰੂ ਘਰ। ਅੱਗੇ ਤਿਆਰੀ ਹੋਈ ਪਈ ਸੀ। ਉਹਨਾਂ ਨੇ ਦਰਵਾਜ਼ਾ ਬੰਦ ਕੀਤਾ, ਗੋਲੀਆਂ ਚੱਲੀਆਂ। ਸਤਿਗੁਰੂ ਜੀ ਦਾ ਹੋਰ ਨਿਰਾਦਰ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਿੰਘਾਂ ਨੂੰ ਜਿਉਂਦਿਆਂ ਚੁੱਕ ਚੁੱਕ ਕੇ ਵੱਢਿਆ ਟੁੱਕਿਆ ਜਾਣਾ ਸ਼ੁਰੂ ਕੀਤਾ, ਛਵੀਆਂ ਨਾਲ, ਗੰਡਾਸੀਆਂ ਨਾਲ, ਗੋਲੀਆਂ ਮਾਰ ਮਾਰ ਕੇ। ਕਿਸੇ ਦਾਨੇ ਨੇ ਇਸ ਬਾਲਕ ਭਾਈ ਦਰਬਾਰਾ ਸਿੰਘ ਨੂੰ ਇੱਕ ਲੱਕੜ ਦੀ ਅਲਮਾਰੀ 'ਚ ਬੰਦ ਕਰ ਦਿੱਤਾ। ਇੱਥੇ ਛੁਪਿਆ ਹੈ। ਪਾਪੀਆਂ ਦਾ ਕਹਿਰ ਸ਼ੁਰੂ ਹੋ ਗਿਆ, ਬਾਹਰ ਮੌਤ ਦਾ ਤਾਂਡਵ ਹੈ। ਹੁਣ ਇਹ ਬਾਲਕ ਅੰਦਰ ਪਿਆ, ਇੱਕੋ ਆਵਾਜ਼ ਦੇ ਰਿਹਾ, ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ, ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ। ਨਰੈਣੂ ਮਹੰਤ ਦੇ ਗੁੰਡਿਆਂ ਨੇ ਆਵਾਜ਼ ਸੁਣੀ, ਦਰਵਾਜ਼ਾ ਖੋਲ੍ਹਿਆ, ਬੱਚੇ ਨੂੰ ਵੇਖ ਕੇ ਖਿੜਖੜਾ ਕੇ ਹੱਸੇ। ਤੇ ਬੱਚਾ ਇੱਕੋ ਹੀ ਗੱਲ ਕਹਿ ਰਿਹਾ, ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ। ਉਹਨਾਂ ਨਿਰਦਈਆਂ ਨੇ, ਨਸ਼ੇ ਵਿੱਚ ਅੰਨੇ ਹੋਇਆਂ ਨੇ, ਹਕੂਮਤ ਦਾ ਪਿੱਛੇ ਪੂਰਾ ਥਾਪੜਾ ਸੀ, ਹਰ ਪਾਪ ਦੇ ਉੱਤੇ ਉਹ ਉਤਾਰੂ ਸਨ। ਇਸ ਬਾਲਕ ਨੂੰ ਚੁੱਕਿਆ ਤੇ ਜਿੱਥੇ ਪਿਤਾ ਦੀ ਅੱਧ ਸੜੀ ਲਾਸ਼ ਪਈ ਹੋਈ ਸੀ, ਜੰਡ ਦੇ ਹੇਠਾਂ ਸਿੱਖ ਸੜ ਰਹੇ ਸਨ, ਭਾਂਬੜ ਮੱਧ ਰਹੇ ਸੀ, ਮਿੱਟੀ ਦਾ ਤੇਲ ਸੁੱਟ ਸੁੱਟ ਕੇ ਸਾੜੇ ਜਾ ਰਹੇ ਸੀ, ਉੱਥੇ ਇਸ ਬਾਲਕ ਭਾਈ ਦਰਬਾਰਾ ਸਿੰਘ ਨੂੰ ਸੁੱਟ ਦਿੱਤਾ। ਟੋਕਰਿਆਂ ਨੇ, ਭਾਈ ਸਾਹਿਬ ਜੀ ਠੀਕ ਕਹਿ ਰਹੇ ਸੀ ਕਿ ਬਹੁਤ ਸਾਰੇ ਸ਼ਹੀਦ ਉਹ ਨੇ ਜਿਨ੍ਹਾਂ ਬਾਰੇ ਖਬਰ ਹੀ ਨਹੀਂ ਪਤਾ ਲੱਗੀ। ਕੁਝ ਉਹ ਸਨ ਜਿਨ੍ਹਾਂ ਦੇ ਵਿਆਹ ਨਹੀਂ ਹੋਏ, ਅੱਗੇ ਪੀੜ੍ਹੀਆਂ ਨਹੀਂ ਚੱਲੀਆਂ ਤੇ ਇਤਿਹਾਸਕ ਤੱਥ ਸਾਹਮਣੇ ਨਹੀਂ ਆ ਸਕੇ। ਕਈ ਵਾਰ ਹੁੰਦਾ ਨਾ, ਪੋਤਰੇ ਪੜਪੋਤਿਆਂ ਤੋਂ ਪਤਾ ਲੱਗ ਜਾਂਦਾ। ਬਹੁਤ ਸਾਰੇ ਐਸੇ ਸਨ ਜਿਹੜੇ ਆਪਣੇ ਆਪ ਵੀ ਸ਼ਾਮਲ ਹੋਏ। ਟੋਕਰਿਆਂ ਦੇ ਨਾਲ ਮਨੁੱਖੀ ਖੋਪਰੀਆਂ, ਅਸਥੀਆਂ ਨੂੰ ਇਕੱਠਿਆਂ ਕੀਤਾ ਗਿਆ। ਆਪਣੇ ਆਏ, ਦਾਦੀ ਆਈ ਭਾਈ ਦਰਬਾਰਾ ਸਿੰਘ ਦੀ, ਤੇ ਅੱਧ ਜਲੇ ਸਰੀਰਾਂ ਦੇ ਵਿੱਚੋਂ ਨਿੱਕੇ ਨਿੱਕੇ ਹੱਥਾਂ ਨੂੰ ਤੋਲਦੀ ਹੈ, ਸ਼ਾਇਦ ਕਿਤੇ ਮੇਰੇ ਲਾਲ ਦੀਆਂ ਉਂਗਲਾਂ ਮਿਲ ਜਾਣ, ਸਰੀਰ ਦੇ ਅੰਗ ਮਿਲ ਜਾਣ, ਪੈਰ ਮਿਲ ਜਾਣ, ਹੱਥ ਮਿਲ ਜਾਣ। ਕੁਝ ਮਿਲੇ ਵੀ ਅੰਗ ਸਾਧ ਸੰਗਤ, ਟੋਕਰੇ ਭਰੇ ਹੋਏ ਸੀ। ਇੱਦਾਂ ਸਭ ਆਪਣਿਆਂ ਨੂੰ ਪਹਿਚਾਨਣ ਦਾ ਯਤਨ ਕਰ ਰਹੇ ਸੀ, ਜਿਹੜੇ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਾਏ ਹੋਏ, ਆਪਣੀ ਜ਼ਿੰਦਗੀ ਦੀ ਆਹੁਤੀ ਦੇ ਕੇ, ਆਪਣਾ ਖੂਨ ਡੋਲ ਕੇ ਉਸ ਧਰਤੀ ਦੇ ਉੱਤੇ ਹੋਏ ਪਾਪ ਨੂੰ ਧੋ ਕੇ ਗੁਰੂ ਦੇ ਚਰਨਾਂ 'ਚ ਜਾ ਪਹੁੰਚੇ। ਸਾਕਾ ਬਹੁਤ ਦਰਦਨਾਕ ਸੀ। ਕਰਤਾਰ ਸਿੰਘ ਝੱਬਰ ਜੀ ਹੋਰੀ ਪਹੁੰਚ ਗਏ, ਸਿੰਘ ਉੱਥੇ ਚੌਂਕੜੇ ਲਾ ਕੇ ਬੈਠ ਗਏ। ਇਤਿਹਾਸ ਅੰਦਰ ਜ਼ਿਕਰ ਹੁੰਦਾ ਹੈ, ਮੈਂ ਇੱਕ ਲੈਕਚਰ ਸੁਣਿਆ ਸੀ ਯੂਕੇ 'ਚ ਰਹਿੰਦੇ ਇੱਕ ਬਜ਼ੁਰਗ ਦਾ, ਉਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਸੀ ਇੱਥੇ, ਤੇ ਉਹ ਬਜ਼ੁਰਗ ਆਪਣੇ ਪਿਤਾ ਦੇ ਨਾਲ ਉੱਥੇ ਪਹੁੰਚੇ ਹੋਏ ਸਨ, ਜਾਂ ਉਸ ਖਾਨਦਾਨ ਵਿੱਚ ਹੋਣਗੇ ਕਿਸੇ ਤਰ੍ਹਾਂ, ਮੈਨੂੰ ਹੁਣ ਬਹੁਤਾ ਯਾਦ ਨਹੀਂ। ਉਹਨਾਂ ਦੇ ਮੈਂ ਇਹ ਸੁਣਿਆ ਸੀ, ਉਹਨਾਂ ਦੇ ਬੋਲਦਿਆਂ ਕਿ 200 ਮਸ਼ੀਨ ਗੰਨਾਂ ਅੰਗਰੇਜ਼ਾਂ ਨੇ, ਹਾਕਮਾਂ ਨੇ ਜਿਹੜੀਆਂ ਸੀ, ਉਹ ਬੀੜੀਆਂ ਹੋਈਆਂ ਸੀ। ਤੇ ਸਰਦਾਰ ਕਰਤਾਰ ਸਿੰਘ ਝੱਬਰ ਜੀ ਹੋਰਾਂ ਨੇ ਆਪਣੇ ਸਾਥੀਆਂ ਨੂੰ ਕਹਿੰਦੇ ਉਸ ਵੇਲੇ ਗੁਪਤ ਆਦੇਸ਼ ਦਿੱਤਾ ਸੀ ਕਿ ਜੇ ਇੱਕ ਵੀ ਗੋਲੀ ਚੱਲੇਗੀ ਤੇ ਤੁਸੀਂ ਆਪਣੇ ਸਾਥੀ ਨੂੰ ਨਹੀਂ ਚੁੱਕਣਾ,
उस मशीन गन के उत्ते जाके कब्जा कर लिया। हुकूमत डर गई। श्री ननकाना साहिब दी चाबियां जिहड़ियां सी वो सिखां दे हत्थ सौंप दित्तियां, सिखां दी तली ते रख दित्तियां। एक वड्डी जित हुई। उस वेले दे जिहड़े देश के आगू सन, मोहनदास करमचंद गांधी, वो भी आए श्री ननकाना साहिब। उन्होंने शब्द कहा सी कि सिखा ने भारत को आज़ाद कराने का मुੱਢ बन लिया। केवल गुरुद्वारे को आज़ाद करने का संघर्ष नहीं जितया, बल्कि अंग्रेज़ों के हंकार को तोड़ के भारत को आज़ाद करने का मुੱਢ बन लिया। वो वक्री गल है कि लोग किरत घन होकर फिर कुर्बानियां कर देंगे, वो वक्री गल है। सस फिर कुर्बानियां भुल जाते। महान कुर्बानियां हुई। श्री ननकाना साहिब का प्रबंध गुरसिखां के हाथ में आया। फिर किन्ने थावां तो किड्डे किड्डे जालम खूंखार जिहड़े काबिज होकर बैठे सी, उन्होंने धू धू के कढ़िया गया। गुरु घरां दे प्रबंध सिखां दे हत्थां च आए। जिहड़ी अधोगति हो रही सी सिख सिद्धांतां दी, उन्होंने पैरां सिर लिया गया। साध संगत श्रोमणी गुरुद्वारा प्रबंधक कमेटी कौम की संस्था ने सारे प्रबंध नूं पैरां सिर खड़िया किया। हुण अगे वेखण वाली गल यह है कि असीं अपने फर्जां की पूर्ति किवें कर रहे। साडे सारियां दे फर्ज ने, केवल ये नहीं कि जिहड़ा चेहरा कोई सानूं सामने लभ रहा केवल उहदा फर्ज है। साडे फर्ज है कि असीं जिम्मेवारां नूं फर्जां का भी एहसास कराइए। ये कौम की जमात, पहली गल तो यह है कि विगानगी ना विच ना खड़े होइए। साध संगत जी, ये पंथ दीयां जमातां ने कुर्बानियां करके स्थापित कीतियां ने। साडे महापुरखों ने जिंदगियां लाइयां ने। साध संगत ते जे असीं उन्हां दे बीजे हुए बीज, क्योंकि जिहड़ा शहीद हुंदा ना जी, वो तो अपना सारा कुछ निछावर करके मिट जाता है, अपने आप को मिटा दिंदा। वो जिवें मिट्टी दे विच बीज मिटदा ना जी, ते बीज नहीं चाहुंदा भी हुण मेरे नां दा फट्टा लगे, पर वारसां ने उस बीज की फसल को सामभना हुंदा है। इदां ही साडा फर्ज है। भाई लक्ष्मण सिंह जी नहीं चाहते भी मेरे नाम से मेले लगन। भाई दलीप सिंह, केर सिंह, दरबारा सिंह जी, ईश्वर सिंह जी होरी, वो सिंह नहीं चाहते भी साडे नाम उत्ते वड्डे वड्डे इकट्ठ होण। वो तो अपने मकसद की पूर्ति वास्ते अपना सब कुछ निछावर कर गए। वो तो अगे फर्ज साडे शुरू होंदे आ भी जिहड़े बीज बन के मिट्टी च मिल के खप गए, अलोप हो गए, अपने आप को मिटा गए ने, फनाह कर गए ने, उस शहीदी के बीज की उगी हुई फसल को असीं कितना सांभ रहे, वारस बन गए। मतलब वो रिजल्ट जिहड़े आने सी, जिहड़े नतीजे आने सी, ईमानदारी नाल अपने आप को पुछीए कि असीं वो कुर्बानियां के नतीजियां तक अपनी पहुँच की, जिहड़े पवित्र मकसद वास्ते। शुक्र है साध संगत सिख पंथ के कोल एडी वड्डी संस्था है श्रोमणी गुरुद्वारा प्रबंधक कमेटी। जे ना होंदी तो शायद अज भी बहुत सारे लोग आपो अपनियां मन मर्जियां कर रहे हैं। मैं तुहानूं एक गल बड़ी जिम्मेवारी नाल बेनती करदा, अज भी जिथे निजवाद काबज है ना, निजवाद है सिखां की कमाई नाल इकट्ठा होया सारा कुछ, पर जिथे मनुखवाद काबज है, तुसीं एक गल जाके गुरमत की लागू करवा के दस दिओ, अगले जवाब देणगे साडी निजी प्रॉपर्टी है, बड़ी भावें पंथ की कमाई नाल है। सिखां ने घाल कमाई की माया चाढ़ी है, पर जिहड़ी पंथक हत्थां विच नहीं आई, उत्थे तुसीं मर्यादा की आस नहीं रख सकते। जिथों ये मोर्चे की आरंभता हुई, सब तो वड्डा घाण जिहड़ा सी जातिवाद, जिहड़ा गुरु साहब ने मेटिया ते श्री दरबार साहब शुरू करवाता जी। असीं श्री अकाल तख्त साहब हो गया उस वेले, उन्हां पापियां ने शुरू करवा दिता, इसे समाज विचों सन। ते योधे साडे उत्थे, उन्होंने सब कुछ उत्थों बिल्कुल साफ करके गुरमत लागू की। मैं बेनती करनी चाहता, मैं अपनियां अखां दे नाल वो लगे फट्टे वेखे। मैं पढ़दा सी बठिंडे वाल, साथियों के नाल उस स्थान पर गए जिथे श्री गुरु ग्रंथ साहब प्रकाश, पर प्रबंध जिहड़ा सी ना, वो मैं शब्द यही वरतांगा भी इदां दे किसी नरैणू दे, अज भी इदां ही उत्थे फट्टा लिखिया होया सी, महापुरखों की मर्यादा अनुसार
ਨੀਵੀਂ ਜਾਤ ਵਾਲਿਆਂ ਦੇ ਭਾਂਡੇ ਵੱਖਰੇ, ਉੱਚੀ ਜਾਤ ਵਾਲਿਆਂ ਦੇ ਭਾਂਡੇ ਵੱਖਰੇ, ਬੋਰਡ ਲੱਗਿਆ ਉਸ ਵੇਲੇ। ਅੱਜ ਵੀ ਉਹ ਲਾਗੂ ਉਦਾਂ ਹੀ ਹੈ, ਮੈਨੂੰ ਨਹੀਂ ਪਤਾ ਬੋਰਡ ਹੈਗਾ ਕਿ ਨਹੀਂ ਹੈਗਾ। ਇਹਨੂੰ ਕਹਿੰਦੇ ਆ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਮਹੰਤਾਂ ਵੱਲੋਂ ਤਾਰ-ਤਾਰ ਕਰਨਾ। ਪਰ ਫਰਕ ਕਿੰਨਾ ਕੁ ਹੈ ਕਿ ਅੱਜ ਉੱਥੇ ਜਾ ਕੇ ਅਸੀਂ ਉੱਥੋਂ ਦੇ ਸੰਗਠਨ ਨੂੰ ਵਰਤਣ ਦਾ ਯਤਨ ਕਰਦੇ ਹਾਂ, ਸੁਧਾਰਨ ਦਾ ਯਤਨ ਨਹੀਂ ਕਰਦੇ। ਜਿੱਥੇ ਸਾਡੀਆਂ ਨਜ਼ਰਾਂ ਫਿਰ ਸ਼ਰਮ ਨਾਲ ਝੁਕ ਜਾਂਦੀਆਂ। ਬਠਿੰਡੇ ਜ਼ਿਲ੍ਹੇ ਦੇ ਵਿੱਚ ਉਹ ਸਥਾਨ ਹੈ। ਹੁਣ ਮਰਿਆਦਾ ਗੁਰੂ ਨਾਨਕ ਦੀ ਨਹੀਂ, ਉੱਥੇ ਕੀ ਲਿਖਿਆ? ਮਹਾਂਪੁਰਖਾਂ ਦੀ ਮਰਿਆਦਾ ਅਨੁਸਾਰ ਨੀਵੀਂ ਜਾਤ ਵਾਲਿਆਂ ਦੇ ਬਰਤਨ ਇੱਧਰ ਨੇ, ਉੱਚੀ ਜਾਤ ਵਾਲਿਆਂ ਦੇ ਇੱਧਰ। ਅੱਜ ਫੇਰ ਸਾਧ ਸੰਗਤ ਉਸੇ ਤਰ੍ਹਾਂ ਮੂਰਤੀਆਂ ਦੀ ਪੂਜਾ, ਉਹ ਠੀਕ ਆ, ਉਹ ਮਿੱਟੀ ਦੀਆਂ ਪੱਥਰ ਦੀਆਂ ਸੀ, ਅਸੀਂ ਚਿੱਤਰ ਰੱਖਦੇ। ਅੱਜ ਫੇਰ ਉਸੇ ਤਰ੍ਹਾਂ ਹੀ ਅਸੀਂ ਜਾਗਤ ਜੋਤ ਨੂੰ ਛੱਡ ਕੇ ਅੰਧ ਵਿਸ਼ਵਾਸੀ ਹੋ ਕੇ ਕਾਲਪਨਿਕ ਜੋਤਾਂ ਦੀ ਪੂਜਾ ਸਾਡੇ ਇਤਿਹਾਸਕ ਸਥਾਨਾਂ ਤੇ, ਸਾਡੇ ਗੁਰ ਸਥਾਨਾਂ ਤੇ। ਇਹਦਾ ਮਤਲਬ ਅਸੀਂ ਆਪਣੇ ਸ਼ਹੀਦਾਂ ਦੇ ਰੂਬਰੂ ਅੱਖਾਂ ਕਰਨ ਜੋਗੇ ਹੈਗੇ ਹਾਂ। ਮੈਸੇਜ ਕਰੀਏ ਜਿੱਥੋਂ ਮੈਂ ਬੇਨਤੀ ਸ਼ੁਰੂ ਕੀਤੀ ਤੁਹਾਨੂੰ। ਤਾਂ ਗੱਲ ਸਿਰਫ ਇਤਿਹਾਸ ਦੀ ਚਰਚਾ ਨਹੀਂ, ਆਪਣੀ ਚਰਚਾ ਵੀ ਕਰੀਏ ਕਿ ਕਿੱਥੋਂ ਤੁਰੇ ਸੀ, ਕਿੱਥੇ ਪਹੁੰਚੇ, ਕਿੰਨਾ ਕੁ ਸਫ਼ਰ ਤੈਅ ਕੀਤਾ। ਸ਼ਹੀਦਾਂ ਦੇ ਲਹੂ ਦੀ ਲੋਅ ਵਿੱਚ ਬੜਾ ਮਹਾਨ ਇਤਿਹਾਸ ਹੈ ਜੀ। ਸਾਡੀਆਂ ਅੱਖਾਂ ਨਮ ਹੋ ਜਾਂਦੀਆਂ, ਸਾਡੇ ਰੋਂਗਟੇ ਖੜੇ ਹੋ ਜਾਂਦੇ ਆ। ਪਰ ਸਹੀ ਅਰਥਾਂ ਦੇ ਵਿੱਚ ਤੇ ਤਾਂ ਹੀ ਅਦਬ ਸਤਿਕਾਰ ਹੈ ਨਾ, ਜਦੋਂ ਅਸੀਂ ਉਸ ਰਾਹ ਨੂੰ ਬਿਲਕੁਲ ਆਪਣੀ ਜ਼ਿੰਦਗੀ ਦਾ ਆਧਾਰ ਮੰਨ ਕੇ ਤੁਰੀਏ। ਤੇ ਜੇ ਕਹੀਏ ਨਹੀਂ ਤੁਸੀਂ ਮਹਾਨ ਸੀ, ਅਸੀਂ ਏਦਾਂ ਹੀ ਚੰਗੇ ਹੋ, ਤੇ ਫਿਰ ਰਿਹਾ ਸਭ ਕੁਝ। ਫਿਰ ਨਿੱਜਵਾਦ ਉਸੇ ਤਰ੍ਹਾਂ ਕਾਬਜ਼ ਹੋ ਰਿਹਾ। ਉਹਨਾਂ ਨੇ ਨਿੱਜਵਾਦ ਖਤਮ ਕਰਕੇ ਇਹ ਸਾਰੀਆਂ ਸੇਵਾਵਾਂ ਨੂੰ ਪੰਥਕ ਬਣਾਇਆ ਸੀ, ਜਾਤੀ ਨਹੀਂ ਜਮਾਤੀ ਬਣਾਇਆ ਸੀ। ਦੂਜੇ ਮਤਾਂ ਦਾ ਜਦੋਂ ਵੇਖਦੇ ਹਾਂ ਉੱਥੇ ਇਹ ਹੈਗੀ ਹੈ ਮਨੌਤ ਕਿ ਧਰਮ ਇੰਡੀਵਿਜੂਅਲੀ ਹੈ, ਸਾਰਾ ਕੁਝ ਨਿੱਜੀ ਤੌਰ ਤੇ ਚੱਲਦਾ ਹੈ ਤੇ ਨਿੱਜ ਦੀ ਪੂਜਾ ਹੁੰਦੀ ਹੈ। ਸਿੱਖੀ ਦੇ ਅੰਦਰ ਇਹ ਨਿੱਜੀ ਨਹੀਂ ਹੈ, ਜਮਾਤੀ ਹੈ। ਇੱਥੇ ਧਰਮ ਦੀ ਪਰਿਭਾਸ਼ਾ ਵੀ ਪੰਥ ਹੈ ਤੇ ਪੰਥ ਸ਼ਖਸੀ ਦੀ ਪੂਜਾ ਨੂੰ ਨਹੀਂ ਕਿਹਾ ਜਾਂਦਾ, ਪੰਥ ਤੁਹਾਡੇ ਸਮੂਹ ਨੂੰ ਕਿਹਾ ਜਾਂਦਾ। ਸੋ ਅੱਜ ਸਭ ਤੋਂ ਵੱਡੀ ਫੇਰ ਲੜਾਈ ਲੜਨ ਦੀ ਲੋੜ ਹੈ ਸ਼ਖਸੀ ਪੂਜਾ ਦੀ, ਸ਼ਖਸੀ ਕਬਜ਼ਿਆਂ ਦੀ, ਨਿੱਜਵਾਦ। ਅੱਜ ਫੇਰ ਜੜ੍ਹਾਂ ਤੋਂ ਪੁੱਟਣ ਦੀ ਜ਼ਰੂਰਤ ਹੈ। ਉਹਨਾਂ ਮਹਾਨ ਸ਼ਹੀਦਾਂ ਦੇ ਮਾਰਗ ਤੇ ਤੁਰਦਿਆਂ, ਉਹਨਾਂ ਦੇ ਰੂਬਰੂ ਹੁੰਦਿਆਂ ਆਪਣੇ ਫਰਜ਼ਾਂ ਦੀ ਪੂਰਤੀ ਕਰੀਏ, ਕੌਮ ਦੀ ਸੰਸਥਾ ਤੇ ਮਾਣ ਕਰੀਏ। ਸਤਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ। ਇਹ ਉੱਦਮ ਕਰਨੇ ਬੜੇ ਜ਼ਰੂਰੀ ਹੈ ਸਾਧ ਸੰਗਤ। ਮਹਾਨ ਨੇ ਸਾਡੇ ਸ਼ਹੀਦ, ਸਾਡੀ ਕੌਮ ਦਾ ਗੌਰਵ ਨੇ ਉਹ ਸਾਧ ਸੰਗਤ। ਉਹਨਾਂ ਨੂੰ ਚਿਤਾਰੀਏ। ਕੋਈ ਰੁਪਈਏ 500 ਦੇ ਦੇ, ਵੱਧ ਦੇ ਦੇ, ਕਿਸੇ ਬਾਕੀਆਂ ਨਾਲੋਂ 150। ਅਸੀਂ 100 ਵਾਰੀ ਨਾਂ ਲੈ ਕੇ ਚਰਚਾ ਕਰਦੇ ਹਾਂ ਤੇ ਜਿਹੜੇ ਜ਼ਿੰਦਗੀ ਵਾਰ ਕੇ ਤਨ ਮਨ ਧਨ ਸਭ ਕੁਝ ਕੁਰਬਾਨ ਕਰਕੇ 100 ਵਾਰ ਉਹਨਾਂ ਨੂੰ ਪ੍ਰਣਾਮਾਂ। ਵਾਹਿਗੁਰੂ ਜੀ ਤੁਹਾਡੇ ਤੇ ਰਹਿਮਤ ਕਰਨ। ਤੁਸੀਂ ਉੱਦਮ ਕੀਤਾ, ਸਾਰੇ ਗੁਰਸਿੱਖਾਂ ਨੇ ਰਲ ਮਿਲ ਕੇ, ਸੰਗਤ ਬੈਠੀ ਜੁੜ ਕੇ ਇੱਦਾਂ ਹੀ ਆਪਣੇ ਇਤਿਹਾਸਕ ਦਿਹਾੜਿਆਂ ਦੀ ਮਹੱਤਤਾ ਨੂੰ ਪਹਿਚਾਣੀਏ, ਆਪਣੇ ਨਾਇਕਾਂ ਨੂੰ ਵੇਖੀਏ ਜਿਨ੍ਹਾਂ ਨੇ ਸਾਡੇ ਵਾਸਤੇ ਆਦਰਸ਼ ਸਥਾਪਿਤ ਕੀਤੇ, ਉਹਨਾਂ ਨੂੰ ਅਪਣਾਉਣ ਦਾ ਯਤਨ ਕਰੀਏ। ਸਾਧ ਸੰਗਤ ਭੁੱਲਾਂ ਬਖਸ਼ਣੀਆਂ ਜੀ, ਅਸੀਸ ਦਿਓ। ਸਾਰੇ ਪਿਆਰ ਵਿੱਚ ਜੁੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਇਤਿਹਾਸਿਕ ਘਟਨਾ ਨੂੰ ਗੁਰਮਤ ਨਜ਼ਰੀਏ ਵਿੱਚ ਵੇਖਦੇ ਹਾਂ, ਪੰਥਕ ਨਜ਼ਰੀਏ ਵਿੱਚ ਦੇਖਦੇ ਹਾਂ। ਉਹ ਜਜ਼ਬਾ ਜਿਹੜਾ ਸਿੱਖ ਨੂੰ ਆਪਣੇ ਪਿਛੋਕੜ ਤੋਂ ਮਿਲਦਾ ਹੈ। ਇਹ ਕੋਈ ਸਧਾਰਨ ਘਟਨਾਵਾਂ ਨਹੀਂ ਹਨ। ਇਹਨਾਂ ਦੇ ਪਿੱਛੇ ਗੁਰੂ ਨੂੰ ਸਮਰਪਿਤ ਭਾਵਨਾ ਜੁੜੀ ਹੋਈ ਹੈ। ਬਹੁਤ ਠੀਕ ਕਿਹਾ ਭਾਈ ਸਾਹਿਬ ਨੇ ਕਿ ਇਤਿਹਾਸ ਦੀ ਗੱਲ ਕਰਦਿਆਂ ਆਉਂਦੀ ਜਨਰੇਸ਼ਨਸ ਨੇ ਤੇ ਇਹ ਪੁੱਛਣਾ ਕਿ ਸਾਡੇ ਲਈ ਕੀ, ਅਸੀਂ ਕੀ ਕਰਨਾ, ਅਸੀਂ ਕੀ ਕੀਤਾ। ਮੌਜੂਦਾ ਦੌਰ ਆ, ਇਸ ਦੇ ਵਿੱਚ ਜੋ ਅਵੇਸਲਾਪਣ ਹੈ, ਜੋ ਸੁੱਤੇ ਹੋਏ ਆ, ਇਹ ਆਉਂਦੀਆਂ ਪੀੜ੍ਹੀਆਂ ਨੇ ਸਵਾਲ ਕਰਨੇ।
बहुत सोहनी गल एक कही कि जिथे जे मैं कहना कि 1920 का 21 का या ਸਿੰਘ ਸਭਾ ਲਹਿਰਪੁਰੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇੱਕ ਵੱਡੀ ਗੱਲ ਸੀ ਕਿ ਕਿਤੇ ਇੰਡੀਵਿਜੂਅਲਸ ਦੇ ਕੋਲੋਂ ਸੰਗਤ ਦੇ ਕੋਲ ਪ੍ਰਬੰਧ ਦੀ ਗੱਲ ਹੈ। ਇੰਡੀਵਿਜੂਅਲਸ ਦੀ ਗੱਲ ਨਹੀਂ ਆਉਂਦੀ। ਉਹ ਮਹੰਤ ਸੀ ਜਿਹੜਾ ਉਹ ਇੰਡੀਵਿਜੂਅਲ ਸੀ ਤੇ ਅੱਜ ਵੀ ਫੇਰ ਉਹੀ ਜੇ ਏਕੀਕਰਨ ਹੋ ਗਿਆ, ਇੱਕੋ ਥਾਂ ਗੱਲ ਸੀਮਤ ਹੋ ਗਈ ਤੇ ਦੁਖਾਂਤ ਇੱਥੋਂ ਪੈਦਾ ਹੁੰਦੇ ਨੇ। ਸੰਸਥਾਵਾਂ ਜ਼ਰੂਰ ਮਾਣਮੱਤੀਆਂ ਹੁੰਦੀਆਂ ਨੇ, ਇਸ ਵਿੱਚ ਕੋਈ ਦੋ ਰਾਇਆ ਨਹੀਂ, ਲੇਕਿਨ ਸੰਸਥਾਵਾਂ ਦੇ ਜੇ ਹਾਲਾਤ ਵਿਗੜ ਜਾਣ, ਸੰਸਥਾਵਾਂ ਦੇ ਜੇ ਪ੍ਰਬੰਧ ਜੋ ਹਨ ਫਿਰ ਉਸੇ ਲੀਹ ਤੇ ਤੁਰ ਜਾਣ ਤੇ ਫਿਰ ਮੌਜੂਦਾ ਸਮੇਂ ਦੇ ਉੱਤੇ ਸਵਾਲ ਆਉਣੇ ਨੇ, ਆਉਂਦੀਆਂ ਨਸਲਾਂ ਨੇ ਖੜੇ ਕਰਨੇ ਨੇ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਜੇ ਇੰਡੀਵਿਜੂਅਲਸ ਦਾ ਦੁਰਵਰਤੋਂ ਦੀ ਗੱਲ ਉਸ ਦੌਰ ਦੀ ਹੈ ਤੇ ਮੌਜੂਦਾ ਦੌਰ ਦੇ ਵਿੱਚ ਵੀ ਉਸ ਸੰਸਥਾ ਦੇ ਉੱਤੇ ਸਵਾਲ ਉੱਠਦੇ ਨੇ ਕਿ ਮਿਸਯੂਜ਼ ਤੇ ਦੁਰਵਰਤੋਂ ਚੱਲੀ ਆਉਂਦੀ ਪਈ ਹੈ। ਇਹ ਸਵਾਲ ਨੇ, ਸਵਾਲ ਕਰਨੇ ਗੈਰ ਵਾਜਬ ਨਹੀਂ ਨੇ। ਔਰ ਦੂਸਰੀ ਜਿਹੜੀ ਗੱਲ, ਜੇ ਗੁਰਮਤ ਸਿਧਾਂਤ ਦੇ ਉਲਟ ਮਨਮਤ ਦਾ ਜਾਂ ਅਨਮਤ ਦਾ ਕਹਿ ਲਈਏ, ਜਿਸ ਨੂੰ ਅਸੀਂ ਸਨਾਤਨੀ ਵੈਸ਼ਨਵੀ ਪ੍ਰਭਾਵਾਂ ਦੀ ਗੱਲ ਕਰਦੇ ਹਾਂ, ਅੱਜ ਵੀ ਸਿੰਘ ਸਭਾ ਲਹਿਰ ਹੋ ਚੁੱਕੀ। ਸਿੰਘ ਸਭਾ ਲਹਿਰ ਚੋਂ ਇਹ ਸੰਸਥਾਵਾਂ ਪੈਦਾ ਹੋ ਗਈਆਂ, ਲੇਕਿਨ ਮੁੜ ਕੇ ਨਿਗਾਰ ਫਿਰ ਉੱਥੇ ਹੀ ਵੇਖੀਏ ਕਿ ਗੁਰਮਤ ਦੇ ਉੱਤੇ ਕਿਤਨਾ ਕੁ ਵੈਸ਼ਨਵੀ ਤੇ ਸਨਾਤਨੀ ਪ੍ਰਭਾਵ ਅੱਜ ਵੀ ਹੈ ਉਸੇ ਸੰਸਥਾ ਦੇ ਵਿੱਚ, ਉੱਥੇ ਹੀ ਉਹਨਾਂ ਥਾਵਾਂ ਤੇ। ਇਹ ਸਵਾਲ ਨੇ। ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉੱਚਾ ਸੁੱਚਾ ਫਲਸਫਾ ਹੈ, ਅੱਜ ਉਹ ਫੇਰ ਉਸੇ ਜਾਤ ਪ੍ਰਥਾ 'ਚ ਵੜ ਗਿਆ, ਉਸੇ ਜਾਤਾਂ ਦੇ ਸਿਸਟਮ ਦੇ ਵਿੱਚ ਹੋ ਗਿਆ। ਉਹੀ ਜੋ ਹੈ ਨਿਜਵਾਦ ਉੱਥੇ ਭਾਰੂ ਹੋ ਗਿਆ, ਉਹੀ ਦੁਰਵਰਤੋਂ ਭਾਰੂ ਹੋ ਗਈ। ਉਹੀ ਜੋ ਗੁਰੂ ਨਾਨਕ ਦਾ ਸੰਦੇਸ਼ ਜਾਣਾ ਸੀ, ਉਹ ਗੁਰੂ ਨਾਨਕ ਪਾਤਸ਼ਾਹ ਦੇ ਸੰਦੇਸ਼ ਦੀ ਥਾਂ ਜਿਹੜੀ ਹੈ ਉਹ ਅਨਮਤ ਦੇ ਰਾਹ ਤੁਰ ਪਏ। ਹਾਂ ਜ਼ਰੂਰ ਜੋ ਹੈ ਪਸਾਰਾ ਬੜਾ ਹੋ ਗਿਆ। ਮੈਂ ਇੱਕ ਗੱਲ ਕਹਿ ਕੇ ਫਿਨਿਸ਼ ਕਰਾਂ। ਭਾਈ ਗੁਰਜਿੰਦਰ ਸਿੰਘ ਜੀ ਹਜ਼ੂਰੀ ਕੀਰਤਨੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਹੋਏ ਨੇ। ਮੈਂ ਇੱਕ ਟੂਕ ਮਾਤਰ ਗੱਲ ਕਰਨੀ ਹੈ। ਮੈਂ ਭਾਈ ਕਿਰਪਾਲ ਸਿੰਘ ਜੀ ਦੀ, ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਉਸ ਸਤਿਗੁਰੂ ਪਾਤਸ਼ਾਹ ਦੇ ਅਸਥਾਨ ਦੇ ਉੱਤੇ, ਉਹਨਾਂ ਦੀ ਕਿਤਾਬ ਸ਼੍ਰੀ ਹਰਿਮੰਦਰ ਸਾਹਿਬ, ਉਸ ਦੇ ਬਹੁਤ ਸਾਲ ਪਹਿਲਾਂ, ਮੇਰੇ ਖਿਆਲ ਹੋਈ 20-25 ਸਾਲ ਪਹਿਲਾਂ, ਕਿਹੜਾ ਇੱਕ ਲਫ਼ਜ਼ ਪੜ੍ਹੇ ਛੋਟੇ ਜਿਹੇ, ਮੈਂ ਟੂਕ ਮਾਤਰ ਗੱਲ ਕਰ ਰਿਹਾ, ਇੱਕ ਵਿਸ਼ਾ, ਲੇਕਿਨ ਉਸਨੂੰ ਵਿਸਥਾਰ 'ਚ ਤੁਸੀਂ ਆਪ ਸਮਝ ਸਕਦੇ ਹੋ। ਉਹ ਕਹਿੰਦੇ ਨੇ ਕਿ ਸਾਡੇ ਕੇਂਦਰੀ ਸਥਾਨ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਫੈਸਲਾ ਹੋਇਆ ਕਿ ਰੁਮਾਲਾ ਰੋਜ਼ ਸਵੱਛ ਕੀਤਾ ਜਾਵੇ, ਬਦਲਿਆ ਜਾਵੇ। ਇਹ ਭਾਈ ਕਿਰਪਾਲ ਸਿੰਘ ਹੋਰਾਂ ਦੀ ਲਿਖਤ ਦੇ ਵਿੱਚ ਆ। ਇਹ ਫੈਸਲਾ ਹੋਇਆ ਕਿ ਚੰਦੋਆ ਹਫ਼ਤੇ 'ਚ ਘੱਟੋ ਘੱਟ ਇੱਕ ਵਾਰ ਬਦਲਿਆ ਜਾਵੇ, ਲੇਕਿਨ ਅੱਜ ਦੀ ਦੌਰ ਜਿਹੜਾ ਪਹੁੰਚ ਚੁੱਕਿਆ, ਇੱਕ ਦਿਨ ਦੇ ਵਿੱਚ 2 ਵੀ ਲੱਗ ਚੁੱਕੇ ਨੇ ਤੇ ਲੱਖਾਂ ਦੀ ਕੀਮਤਾਂ ਦੇ ਲੱਗਦੇ ਨੇ। ਇੱਕ ਦਿਨ ਦੇ ਵਿੱਚ 2 ਵੀ ਲੱਗ ਚੁੱਕੇ ਨੇ। ਇਹ ਸਾਡੀ ਸਥਿਤੀ ਬਣ ਚੁੱਕੀ ਹੈ। ਅਸੀਂ ਜਿਹੜਾ ਮੂਲ ਰਾਹ ਹੈ ਉਹਨੂੰ ਛੱਡ ਕੇ ਡੀ ਟਰੈਕ ਹੋ ਚੁੱਕੇ ਹਾਂ, ਇਸ ਵਿੱਚ ਕੋਈ ਦੋ ਰਾਹ ਨਹੀਂ। ਬਾਣੀ ਆਪ ਪੜ੍ਹਨ ਦੀ ਗੱਲ ਸੀ, ਅਸੀਂ ਲੋਕਾਂ ਨੂੰ ਲਾਇਆ ਹੈ ਕਿ ਠੀਕ ਹੈ ਤੁਸੀਂ ਆਓ ਰਸੀਦ ਕਟਾਓ ਤੇ ਤੁਹਾਡਾ ਪੁੰਨ ਇੱਥੇ ਹੋ ਜਾਣਾ। ਇੱਥੇ ਅਸੀਂ ਬੈਠੇ ਹਾਂ ਕਿ ਤੁਹਾਡੇ ਭਲੇ ਦੇ ਲਈ ਆ ਕੰਮ ਕਰਨ ਵਾਸਤੇ ਇੱਕ ਸ਼੍ਰੇਣੀ ਹੈ, ਉਹ ਪਾਠ ਕਰੇਗੀ। ਬਾਣੀ ਆਪ ਪੜ੍ਹਨੀ ਸੀ। ਗੁਰੂ ਨੇ ਤੇ ਬੜੀਆਂ ਗੱਲਾਂ ਵੱਖਰੀਆਂ ਦਿੱਤੀਆਂ ਨੇ। ਗੁਰੂ ਨੇ ਤੇ ਜੀਵਨ ਜਾਚ ਦੀ ਗੱਲ ਕਹੀ ਹੈ, ਲੇਕਿਨ ਜਾਣਦਿਆਂ ਨਾ ਜਾਣਦਿਆਂ, ਚਾਹੁੰਦਿਆਂ ਨਾ ਚਾਹੁੰਦਿਆਂ, ਅਣਮਤ ਜਿਹੜੀ ਹੈ ਉਹ ਲਗਾਤਾਰਤਾ ਦੇ ਵਿੱਚ ਭਾਰੂ ਹੁੰਦੀ ਹੈ। ਗਿਣਤੀ ਵੇਖੀ ਜਾਂਦੀ ਹੈ ਕਿ ਕਿੱਥੇ ਜੋ ਹੈ ਬਹੁਤਾਤ ਹੋ ਸਕੇ, ਵੱਡਾ, ਜਿਸ ਤਰ੍ਹਾਂ ਇਕੱਠ ਦੀ ਗੱਲ ਕਹੀ, ਇਕੱਠਾਂ ਦੇ ਨਾਲ ਨਾਪਿਆ ਜਾਂਦਾ ਹੈ, ਤੋਲਿਆ ਜਾਂਦਾ ਹੈ। ਕਿਤਨੇ ਲੰਗਰ ਲੱਗੇ ਨੇ, ਕਿਤਨੇ ਪਕੌੜੇ ਬਣੇ ਨੇ, ਕਿਤਨੇ ਲੰਗਰ ਲੱਗੇ ਹੋਏ ਸੀ, ਕਿਤਨੇ ਲੋਕ ਇਸ ਕੰਮ ਤੇ ਲੱਗੇ ਸੀ, ਕਿਤਨਾ ਭਾਰੀ ਇਕੱਠ ਸੀ, ਕਿਹੜੇ ਵੱਡੇ ਵੱਡੇ ਲੋਕ ਆਏ ਸਨ। ਲੇਕਿਨ ਕਿੱਥੇ ਗੁਰੂ ਹੈ, ਗੁਰੂ ਦੀ ਉਹ ਸੋਚ ਹੈ, ਕਿੱਥੇ ਉਹ ਮੇਰਾ ਪੰਥ ਹੈ ਕਲਗੀਆਂ ਵਾਲੇ ਦਾ, ਉਸ ਪੰਥ ਦੀ ਸਪਿਰਿਟ ਹੈ, ਸੋਚ ਹੈ। ਜਦੋਂ ਤੀਕ ਉਹ ਗੱਲਾਂ ਮਨ ਵਿੱਚ ਨਹੀਂ ਆਉਂਦੀਆਂ, ਇਹ ਸ਼ਤਾਬਦੀਆਂ, ਉਹ ਇਤਿਹਾਸ ਦੇ ਖੂਨੀ ਪੰਨੇ ਜਿਹੜੇ ਬਜ਼ੁਰਗਾਂ ਨੇ ਆਪਾ ਵਾਰ ਕੇ
ਆਉਂਦੀਆਂ ਨਸਲਾਂ ਨੂੰ ਦਿੱਤੇ ਨੇ। ਉਹ ਇਹ ਰਾਜਨੀਤਿਕ ਧਿਰਾਂ ਦੀ ਵਰਤੋਂ ਦੀ ਚੀਜ਼ ਨਹੀਂ ਸੀ। ਇਸ ਲਈ ਨਹੀਂ ਸੀ ਕੀਤਾ ਕਿ ਇੱਕ ਮੈਂ ਤੇ ਮੇਰੀ ਕਰੇ ਤੇ ਦੂਜਾ ਹੋਰ ਉਸ ਨੂੰ ਵਰਤਣ ਦਾ ਯਤਨ ਕਰੇ। ਨਹੀਂ, ਉਹ ਸਪਿਰਿਟ ਜਿਹੜੀ ਹੈ, ਉਹ ਜਿਹੜੀ ਸੋਚ ਆ ਪਿੱਛੇ, ਜਜ਼ਬਾ ਹੈ ਜਿਹੜਾ ਉਹ ਸਿੱਖੀ ਦਾ, ਉਹ ਕਿਸ ਤਰ੍ਹਾਂ ਪ੍ਰਫੁੱਲਤ ਹੋਵੇ, ਉਹ ਆਉਂਦੇ ਸਮਿਆਂ ਵਿੱਚ ਕਿਵੇਂ ਅੱਗੇ ਤੁਰ ਸਕੇ, ਆਉਂਦੀਆਂ ਜਨਰੇਸ਼ਨਸ ਤੱਕ ਉਹ ਕਿਵੇਂ ਪਹੁੰਚੇ, ਇਹਦੇ ਲਈ ਯਤਨਸ਼ੀਲ ਹੁਣ ਔਖਾ ਕੰਮ ਆ। ਕਿਉਂ? ਜਦੋਂ ਇਹ ਬੜਾ ਸੁਖਾਲਾ ਆ ਕਿ ਜਿਹੜੀ ਸਥਾਪਿਤ ਧਿਰ ਹੁੰਦੀ ਹੈ, ਐਸਟੈਬਲਿਸ਼ਮੈਂਟ ਆ, ਐਸਟੈਬਲਿਸ਼ਮੈਂਟ ਦੇ ਨਾਲ ਹੋ ਕੇ ਚੱਲਣਾ ਬਹੁਤ ਸੁਖਾਲਾ ਹੋਇਆ ਕਰਦਾ ਹੈ, ਬਹੁਤ ਸੁਖਾਲਾ ਹੋਇਆ ਕਰਦਾ ਹੈ। ਲੇਕਿਨ ਜਿਹੜਾ ਹੈਗਾ ਵੇਵਸ ਦੇ ਉਲਟ ਚੱਲਣਾ, ਇਹ ਬਹੁਤ ਔਖਾ ਕੰਮ ਹੋਇਆ ਕਰਦਾ ਹੈ। ਤੇ ਗੁਰਸਿੱਖਾਂ ਨੇ ਜਿਹੜਾ ਉਹ ਨੀਹਾਂ ਰੱਖੀਆਂ, ਆਪਣਾ ਲਹੂ ਉਸ ਵਿੱਚ ਪਾਇਆ। 1 ਘੰਟੇ ਵਾਸਤੇ 9:40 ਤੱਕ ਆਪ ਜੀ ਗੁਰਬਾਣੀ